ਅਸੀਂ ਦਿੱਲੀ 'ਚ ਵੜਨੇ ਨੂੰ ਕਹਿ ਰਹੇ ਹਾਂ। ਦਿੱਲੀ 'ਚ ਵੜ ਕੇ ਕਿਆ ਹੋਊਗਾ? ਬਿਲਕੁਲ ਨਹੀਂ। ਮੈਂ ਨਹੀਂ ਕਹਿੰਦਾ ਦਿੱਲੀ 'ਚ ਵੜੋ, ਦਿੱਲੀ ਨੂੰ ਆਲੇ-ਦੁਆਲੇ ਤੇ ਬੰਦ ਕਰੋ, ਉਹਦੇ ਫਲ ਫਰੂਟ ਜਾਣਾ ਬੰਦ ਕਰੋ। ਜਦੋਂ ਬੜੇ ਘਰਾਣਿਆਂ ਦੀਆਂ ਫੈਕਟਰੀਆਂ ਜੀਓ ਦੀਆਂ ਹੋਰ ਦੀਆਂ ਬੰਦ ਹੋਣਗੀਆਂ ਤਾਂ ਜਾ ਕੇ ਸਰਕਾਰ ਦੇ ਕੰਨਾਂ ਦੇ ਤੱਕ ਜੂੰ ਸਰਕਣੀ ਹੈ। ਇਸ ਤਰ੍ਹਾਂ ਜਿੰਨਾ ਮਰਜ਼ੀ ਬੈਠੇ ਰਹੋ, 2 ਸਾਲ ਬੈਠੇ ਰਹੋ, ਮੈਂ ਕਹਿੰਦਾ ਲਿਖ ਕੇ ਦਊਂਗਾ 2 ਸਾਲ 'ਚ ਵੀ ਜੇ ਬਿੱਲ ਪਾਸ ਹੋ ਜਾਣ। ਸਾਡਾ ਪ੍ਰਧਾਨ ਮੰਤਰੀ ਇਹੋ ਜਿਹਾ ਹੈ, ਨੋ ਲਿਆਉਣੀ ਨਹੀਂ, ਧੀ ਤੋਰਨੀ ਨਹੀਂ। ਇਸ ਕਰਕੇ ਕਬੀਲਦਾਰੀ ਦਾ, ਇਨਸਾਨੀ ਦਾ ਉਹਨਾਂ ਨੂੰ ਕੋਈ ਗਿਆਨ ਨਹੀਂ। ਰਾਜੇਵਾਲ ਸਾਹਿਬ ਕਹਿੰਦੇ, ਡੱਲੇਵਾਲ ਸਾਹਿਬ ਕਹਿੰਦੇ ਜਾਂ ਮਾਨਸਾ ਜੀ ਕਹਿ ਰਹੇ ਆ ਵੀ ਸਾਡੀਆਂ ਧੁੱਪਾਂ 'ਚ ਦਾੜੀਆਂ ਚਿੱਟੀਆਂ ਨਹੀਂ ਹੋਈਆਂ, ਸਾਡੇ ਕੋਲ ਤਜਰਬੇ ਆ, ਆਪਣੀ ਅਕਲ ਆਪਣੇ ਕੋਲ ਰੱਖੋ ਮਹਾਰਾਜ। ਜਨਾਬ ਜੀ, ਜੇ ਲੋਕ ਨਾਲ ਸੀ ਤਾਂ ਹੀ ਉਹਨਾਂ ਦੇ ਤਜਰਬੇ ਹੋਏ ਆ। ਅੱਜ ਇਕੱਠ ਕਰਕੇ ਦਿਖਾ ਦੇਣ ਉੱਥੇ। ਰਾਜੇਵਾਲ ਸਾਹਿਬ ਨੇ ਕਿਹਾ ਵੀ ਪਹਿਲਾਂ ਵੀ ਬਹੁਤ ਵਾਰ ਇਹਨਾਂ ਨੇ ਗੁੱਟ ਲਾ ਲਿਆ, ਅਸੀਂ ਇਹਨਾਂ ਨੂੰ ਬਹੁਤ ਵਾਰ ਕਹਿ ਲਿਆ ਵੀ ਇੱਥੋਂ ਚੱਲ ਜਾਓ, ਇਹ ਜਾਂਦੇ ਨਹੀਂ। ਦੇਖੋ ਮੈਂ ਉਹਨਾਂ ਦੀ ਉਹ ਸਪੀਚ ਸੁਣੀ ਨਹੀਂ ਹੈਗੀ, ਕਿਉਂਕਿ ਉਹ ਮੈਂ ਦੱਸ ਦਿੰਦਾ ਤੁਹਾਨੂੰ ਇਹ ਕਿਹਾ ਜੀ, ਫਿਰ ਤੁਸੀਂ ਕੀ ਕਹਿੰਦੇ ਹੋ? ਨਹੀਂ ਉਹਨਾਂ ਵੱਲ ਤਾਂ ਕੋਈ ਗੱਲਬਾਤ ਸੁਣੀ ਨਹੀਂ ਹੈ। ਰਾਜੇਵਾਲ ਸਾਹਿਬ ਨੇ ਕਹੀ ਹੈ ਜੀ ਗੱਲ, ਮੈਂ ਤੁਸੀਂ ਫਿਰ ਤੁਹਾਨੂੰ ਕੱਢ ਕੇ ਦਿਖਾ ਦਿੰਦੇ ਨਹੀਂ ਫਿਰ ਸਾਨੂੰ ਕਿਤੇ ਲਿਖਿਆ ਵਾ ਦਿਖਾਓ, ਕਿੱਥੇ ਲਿਖਿਆ ਦਿਖਾਓ ਰਾਜੇਵਾਲ ਸਾਹਿਬ। ਦਿਖਾ ਰਾਜੇਵਾਲ ਹੈ, ਮੈਂ ਦਿਖਾ ਦਿੰਦਾ ਕੋਈ ਨਾ। ਇਹ ਤੋਂ ਬਾਅਦ ਮੈਂ ਤੁਸੀਂ ਐਂ ਕਹਿੰਦੇ ਨਾ, ਮੈਂ ਤੁਹਾਡੀ ਰਾਜੇਵਾਲ ਸਾਹਿਬ ਦੀ ਉਹ ਗੱਲ ਇਹਦੇ ਵਿੱਚ ਲਾ ਦਾਂਗਾ, ਤੁਹਾਡੀ ਇੰਟਰਵਿਊ ਵਿੱਚ ਲਾ ਦਾਂਗਾ। ਉਹ ਨਹੀਂ ਐਦਾਂ ਨਹੀਂ ਮਹਾਰਾਜ, ਮੈਂ ਵੀ ਕੋਈ ਜੇ ਮੇਰੇ ਕੋਲ ਸਬੂਤ ਆ ਮੈਂ ਤਾਂ ਤੁਹਾਨੂੰ ਸਵਾਲ ਕਰ ਰਿਹਾ ਨਾ। ਇਹ ਵੀ ਕਮੇਟੀ ਬਣੀ ਮੈਂ ਉਹ ਸਰ ਬਾਏ ਨੇਮ ਕਹਿ ਰਿਹਾ ਰਾਜੇਵਾਲ ਸਾਹਿਬ, ਮੇਰੇ ਤੇ ਫਿਰ ਮਾਣਹਾਨੀ ਕਰਦੇ ਨੇ ਰਾਜੇਵਾਲ ਸਾਹਿਬ ਵੀ ਅਸੀਂ ਨਹੀਂ ਕਿਹਾ। ਮੈਂ ਕਹਿੰਦਾ ਜੀ ਰਾਜੇਵਾਲ ਸਾਹਿਬ ਨੇ ਕਿਹਾ ਇਹ ਇਹਨਾਂ ਨਿਹੰਗਾਂ ਨੇ ਪਹਿਲਾਂ ਵੀ ਕਈਆਂ ਨੇ ਗੁੱਟ ਲਾ ਲਏ ਤੇ ਅਸੀਂ ਇਹਨਾਂ ਨੂੰ ਬਹੁਤ ਵਾਰ ਕਿਹਾ ਇੱਥੋਂ ਚੱਲ ਜਾਓ, ਜਾਂਦੇ नहीं। ਦੱਸੋ तो कभी रहे नहीं, वो अपने आप आके बैठे, पता नहीं कौन सी फोर्स उनके पीछे है। पहले भी वो ऐसी वारदातें करते रहे हैं, हम हर बार उनके पास आके रिक्वेस्ट करते रहे कि भाई ऐसी बातें मत करो। कभी किसी का हाथ काट दिया, कभी कुछ, हमें उसका इलाज करवाना पड़ा। ਨਿਹੰਗ ਸਿੰਘਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਜਿਹਨੂੰ ਦੱਸਿਆ ਜਾ ਰਿਹਾ ਵੀ ਉਹਨੇ ਬੇਅਦਬੀ ਕੀਤੀ ਤੇ ਉਸ ਤੋਂ ਬਾਅਦ ਉਹਨੇ ਮਾਰ ਦਿੱਤਾ, ਉਹਨੂੰ ਮੋਰਚੇ ਨੂੰ ਢਾਲ ਲੱਗੀ ਕਿਸੇ ਤਰ੍ਹਾਂ ਦੀ। ਕੀ ਖੇਤੀ ਇਕੱਲਾ ਸਿੱਖ ਨਹੀਂ ਕਰਦੇ, ਖੇਤੀ ਮੁਸਲਮਾਨ ਵੀ ਕਰਦੇ ਆ, ਹਿੰਦੂ ਵੀ ਕਰਦੇ ਆ, ਈਸਾਈ ਵੀ ਕਰਦੇ ਆ। ਕਿਸੇ ਹੋਰ ਧਰਮ ਦੀ ਉੱਥੇ ਬੇਅਦਬੀ ਹੋ ਜਾਂਦੀ ਤੇ ਉਸ ਧਰਮ ਦੇ ਲੋਕ ਜੇ ਉਹਨੂੰ ਝਟਕਾ ਦਿੰਦੇ ਤਾਂ ਕਿ ਯੋਗਿੰਦਰ ਯਾਦਵ ਵੀ ਫਿਰ ਇਹੀ ਕਹਿੰਦੇ, ਜੇ ਮੰਨ ਲਓ ਹਿੰਦੂ ਧਰਮ ਦੀ ਆਪਾਂ ਗੱਲ ਕਰ ਲਈਏ ਫਿਰ ਉਹ ਵੀ ਕਹਿੰਦੇ ਵੀ ਇਹ ਸਾਡੇ ਲੋਕ ਨਹੀਂ ਆ। ਜਿਵੇਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਹਿ ਦਿੱਤਾ ਗਿਆ ਵੀ ਇਹ ਠੀਕ ਕੀਤਾ ਵੀ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਸੀਗੀਆਂ ਜਾਂ ਉੱਥੇ ਨਿਹੰਗ ਸਿੰਘ ਸੀਗੇ ਵੀ ਉਹਨਾਂ ਨੂੰ ਠੀਕ ਆ ਵੀ ਸਾਡਾ ਇਹਨਾਂ ਨਾਲ ਕੋਈ ਲੇਗਾ ਤੇ ਗੱਲ ਨਹੀਂ। ਇਹ ਸਵਾਲ ਜਿਹੜੀ ਮੇਰਾ ਜਿਹੜਾ ਲੈਵਲ ਆ, ਮੇਰਾ ਲੈਵਲ ਜ਼ਿਲ੍ਹੇ ਤੱਕ ਦਾ। ਜੋ ਉਹਨਾਂ ਨਾਲ ਰਿਐਕਸ਼ਨ ਹੋਇਆ ਸਾਡੇ ਗੁਰੂ ਦੇ ਲਾਡਲੇ ਫੌਜਾਂ ਵੱਲੋਂ, ਮੈਂ ਉਹਨੂੰ ਸਹੀ ਠਹਿਰਾਊਂਗਾ। ਜਿਹੜੇ ਨੌਜਵਾਨ ਦਾ ਐਕਸੀਡੈਂਟ ਹੋਇਆ ਤਾਂ ਮੈਂ 5 ਮਹੀਨੇ ਸਟੇਜ ਤੇ ਰਿਹਾ, ਮੈਂ ਪਿੱਟ ਕੇ ਮਰ ਗਿਆ ਜੀ। ਮੁੰਡਾ ਭਾਊਵਾਲ ਦਾ ਐਕਸੀਡੈਂਟ ਹੋ ਗਿਆ, ਉਹਨੂੰ ਪੈਸੇ ਚਾਹੀਦੇ, ਇੱਕ ਦਵਾਨੀ ਨਹੀਂ ਦਿੱਤੀ ਉਹਨਾਂ ਨੇ। ਆਹ ਤੁਹਾਡੇ ਸਾਹਮਣੇ ਤੁਸੀਂ ਉਹ ਪਾਈ ਆ ਜੀ ਵੀਡੀਓ, ਅਸੀਂ ਆਹ ਪੈਸੇ ਇਕੱਠੇ ਕਰੇ ਜੀ ਉਹਨਾਂ ਵਾਸਤੇ। ਆਹ ਦੇਖੋ ਜੀ, ਪਿੰਡ ਘੁੰਮ ਕੇ ਉਹ ਨੌਜਵਾਨ ਵਾਸਤੇ ਪੈਸੇ ਇਕੱਠੇ ਕਰੇ। ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਅਸੀਂ ਦੇ ਕੇ ਆਉਂਗੇ ਜੀ, ਉਹਦੇ ਨਾਲ ਖੜੇ ਆ ਅਸੀਂ ਇਸ ਕਰਕੇ ਗਰਮ ਹੈ। ਜਿਵੇਂ 15 ਤਰੀਕ ਨੂੰ ਪਹਿਲਾ ਬਿਆਨ ਦੇ ਦਿੱਤਾ ਮੋਦੀ ਦੇ ਪੁਤਲੇ ਫੂਕੋ, ਰਾਤ ਨੂੰ ਇਹਨੂੰ ਕਿਸੇ ਦੀ ਕੁਰਕੀ ਆ ਗਈ ਬੜੇ ਦੀ, ਉਸ ਤੋਂ ਬਾਅਦ ਇਹ ਕਹਿੰਦੇ ਨਹੀਂ ਜੀ 16 ਨੂੰ ਫੂਕੋ, ਤੇ ਫੂਲ ਸਾਹਿਬ ਕਹਿੰਦੇ 15 ਨੂੰ ਫੂਕੋ। ਹੱਸ ਕੇ ਕੌਣ? ਅਸੀਂ। ਇਹ ਜੋ ਨਿਹੰਗ ਸਿੰਘ ਨੇ ਕੀਤਾ ਇਹ ਬਿਲਕੁਲ ਸਹੀ ਕਰਿਆ। ਗੱਲਾਂ ਤਾਂ ਕਰਦੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਜੇ ਕਹਿਤਾ ਅਸੀਂ ਦਿੱਲੀ ਫਤਿਹ ਕਰਨੀ ਤਾਂ ਕਰੀਏ, ਪਿੱਛੇ ਨਹੀਂ ਮੁੜਿਆ। ਲਾਸ਼ਾਂ ਗਿਰਦੀਆਂ, ਮਰਨਾ ਤਾਂ ਅਸੀਂ ਹੈ। ਇਹਦਾ ਬਿਆਨ ਹੀ ਦੇ ਸਕਦੇ ਵੀ ਬਾਈ ਜੀ ਤੁਸੀਂ KMP ਰੋਡ ਘੇਰ ਲਓ, ਬਸ ਇੰਨਾ ਕਰ ਲਓ। ਜਿੱਦਣ KMP ਰੋਡ ਪਰ ਬੈਠੇ ਸੀ ਅਸੀਂ ਪਿੱਟ ਕੇ ਮਰ ਗਏ ਇਹ 3-4 ਆਗੂਆਂ ਨੂੰ। ਮਹਾਂ ਜੀ ਅੱਜ ਇੱਥੇ ਕਾਲ ਦੇ ਦਿਓ ਵੀ 36 ਘੰਟੇ ਵਾਸਤੇ ਹੈ, 36 ਘੰਟੇ ਬਾਅਦ ਬਿਆਨ ਦੇ ਦਿਓ ਵੀ 48 ਘੰਟੇ ਵਾਸਤੇ ਹੈ, ਦੇਖੀ ਜਾਊਗੀ ਜਿਹੜਾ ਕੁਛ ਹੋਊਗਾ। ਮਰਨਾ ਅਸੀਂ ਬੈਠੇ ਮੂਹਰੇ ਮਰਨੇ ਨੂੰ। ਜੇ ਇਸ ਤਰ੍ਹਾਂ ਬੈਠੇ ਰੋਟੀਆਂ ਖਾਈ ਜਾਓ, ਉਹੀ ਗੁਰਦੁਆਰਾ ਸਾਹਿਬ ਦੀਆਂ ਰੋਟੀਆਂ ਲੰਗਰ ਖਾ ਰਹੇ ਆ, ਉਹਨਾਂ ਨਿਹੰਗਾਂ ਸਿੰਘਾਂ ਨੂੰ ਇਹ ਮਾੜਾ ਕਹਿ ਰਹੇ ਆ। ਮੈਨੂੰ ਸਮਝ ਨਹੀਂ ਆ ਰਹੀ ਜਿਨ੍ਹਾਂ ਦੀ ਵੀ ਜਿਹੜੇ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਜਾ ਰਹੇ ਨੇ ਵੀ ਉਹਨਾਂ ਨਾਲ ਠੀਕ ਕੀਤਾ ਇਹ ਕਰ ਰਹੇ, ਉਹ ਮੋਰਚੇ ਨੂੰ ਢਾਹ ਲਾ ਰਹੇ ਨੇ ਤੇ ਤੁਸੀਂ ਢਾਹ ਲਾ ਰਹੇ ਹੋ ਫਿਰ ਮੋਰਚੇ ਨੂੰ ਆਪਣੀ ਜਥੇਬੰਦੀ ਵੱਲੋਂ। ਬਿਲਕੁਲ ਨਹੀਂ ਢਾਹ ਲਾ ਰਹੇ ਜੀ। ਪੰਜਾਬੀ ਲੋਕ ਚੈਨਲ ਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਦੋਸਤੋ, ਜਿਵੇਂ ਅਸੀਂ ਜਾਣਦੇ ਹਾਂ ਕਿ ਲੰਮੇ ਸਮੇਂ ਤੋਂ ਕਿਸਾਨ ਜਿਹੜੇ ਸੜਕਾਂ ਤੇ ਡਟੇ ਹੋਏ ਨੇ ਤੇ ਬੀਤੇ ਸਮੇਂ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਖਰੀਆਂ ਕਾਲਸ ਦਿੱਤੀਆਂ ਜਾਂਦੀਆਂ ਨੇ ਤੇ ਬੀਤੇ ਸਮੇਂ ਦੌਰਾਨ ਜੋ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਵਾਪਰੀ ਜਾਂ ਹੋਰ ਘਟਨਾਵਾਂ ਹੋਈਆਂ ਉਹਨਾਂ ਨੂੰ ਵੇਖਦੇ ਹੋਏ ਹੁਣ ਵੀ ਜਿਹੜੀਆਂ ਅੱਜ ਟ੍ਰੇਨਾਂ
ਰੋਕਣ ਦੀ ਜਿਹੜੀ ਹੈਗੀ ਆ ਲਾਈਨਾਂ, ਰੇਲਵੇ ਲਾਈਨਾਂ ਨੂੰ ਰੋਕਣ ਦੀ ਕਾਲ ਜਿਹੜੀ ਹੈਗੀ ਆ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਦਿੱਤੀ ਗਈ ਸੀਗੀ ਤੇ ਉਸੇ ਕਾਲ ਨੂੰ ਮੁੱਖ ਰੱਖਦੇ ਹੋਏ ਰੂਪਨਗਰ ਦੇ ਵਿੱਚ ਵੀ ਜਿਹੜਾ ਇਸ ਦਾ ਅਸਰ ਵੇਖਣ ਨੂੰ ਮਿਲਿਆ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਜਿਹੜੇ ਜ਼ਿਲ੍ਹੇ ਲੈਵਲ ਦੇ ਆਗੂ ਹੈਗੇ ਨੇ ਉਹ ਇੱਥੇ ਪਹੁੰਚੇ ਨੇ। ਸੋ ਗੱਲਬਾਤ ਜਿਹੜੀ ਆ ਉਹਨਾਂ ਦੇ ਨਾਲ ਆਪਾਂ ਕਰਨੀ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਬਾਗੀ ਸਾਹਿਬ? ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਜੀ? ਬਸ ਠੀਕ ਹੈ ਜੀ। ਕਿਵੇਂ ਵੇਖਦੇ ਹੋ ਜੀ, ਲੰਮੇ ਸਮੇਂ ਤੋਂ ਬੈਠੇ ਹੋ, ਡਟੇ ਹੋਏ ਹੋ, ਸਰਕਾਰਾਂ ਨੂੰ ਪਹਿਲਾਂ ਮਿੰਨਤਾਂ ਵੀ ਕਰ ਲਈਆਂ ਪਰ ਫਿਰ ਵੱਡੇ ਐਕਸ਼ਨ ਵੀ ਹੋਲੇ, ਉਸ ਦੇ ਬਾਵਜੂਦ ਵੀ ਫਿਰ ਸਾਨੂੰ ਇੱਥੇ ਰੇਲਵੇ ਟਰੈਕ ਰੋਕਣੇ ਪੈ ਰਹੇ ਜੀ। ਇਸ ਤਰ੍ਹਾਂ ਹੈ ਜੀ, ਸਾਡੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਵੀ ਸਰਕਾਰ ਦੇ ਜ਼ਬਰ ਦਾ ਜਿਹੜਾ ਮੁਕਾਬਲਾ ਅਸੀਂ ਸਬਰ ਨਾਲ ਕਰਨਾ ਹੈ। ਇਹ ਸਾਨੂੰ ਵੀ ਇਸ ਗੱਲ ਦਾ ਗਿਆਨ ਹੋ ਗਿਆ। ਸਾਡੇ ਲੀਡਰਾਂ ਨੇ ਜਿਹੜਾ ਰਾਹ ਦੱਸਿਆ ਵੀ ਇਹ ਲੰਬੀ ਲੜਾਈ ਆ, ਇਹ 2-4 ਦਿਨ 'ਚ ਨਿਬੜਨ ਵਾਲੀ ਨਹੀਂ। ਇਸ ਕਰਕੇ ਜਿੰਨਾ ਲੰਬਾ ਖਿੱਚੂਗੀ ਸਰਕਾਰ, ਉਨਾ ਹੀ ਸਰਕਾਰ ਦਾ ਨੁਕਸਾਨ ਹੋਣਾ। ਇਹ ਲੜਾਈ ਲੰਮੀ ਕਿਉਂ ਹੈ? 2-4 ਦਿਨ ਦੇ ਵਿੱਚ ਜਦੋਂ ਅਸੀਂ ਸ਼ੁਰੂਆਤ ਦੇ ਵਿੱਚ ਜਾਂਦੇ ਹਾਂ ਜੀ ਇੱਥੋਂ 26 ਨਵੰਬਰ ਨੂੰ, ਤਾਂ ਬਹੁਤ ਸਾਰੇ ਜਦੋਂ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ 10 ਦਿਨਾਂ 'ਚ ਮੋਦੀ ਨੂੰ ਦੱਸ ਦਿਆਂਗੇ ਵੀ ਅਸੀਂ ਕੌਣ ਹੁੰਦੇ ਆ। ਤੇ ਹੁਣ ਲੰਮੀਆਂ ਲੜਾਈਆਂ ਕਿਵੇਂ ਹੋ ਗਈਆਂ ਜੀ? ਬਹੁਤ ਸਾਰੇ ਲੋਕ ਤਾਂ ਇਹ ਵੀ ਸਵਾਲ ਉਠਾਉਣ ਲੱਗੇ ਵੀ ਆਗੂ ਜਾਣਬੁੱਝ ਕੇ ਲੰਮੀ ਕਰੀ ਜਾਂਦੇ ਆ ਜੀ ਲੜਾਈ, ਵੱਡਾ ਐਕਸ਼ਨ ਕਿਉਂ ਨਹੀਂ ਦੇ ਰਹੇ? ਉਹ ਕਹਿੰਦੇ ਟਰੈਕ ਬਹੁਤ ਵਾਰ ਰੋਕ ਲਏ, ਹੁਣ ਵੀ ਟਰੈਕ ਰੋਕੀ ਜਾ ਰਹੇ ਆ, ਇਹਦੇ ਨਾਲ ਤਾਂ ਕੁਝ ਨਹੀਂ ਬਣਦਾ ਜੀ। ਨਹੀਂ ਜੀ, ਜਿਹੜੇ ਇਹ ਗੱਲ ਕਹਿ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਦੇਸ਼ ਦੀ ਆਜ਼ਾਦੀ ਵਾਸਤੇ 1857 'ਚ ਸ਼ੁਰੂਆਤ ਹੋਈ ਸੀ ਜੀ। ਹਿੰਦੁਸਤਾਨ 1947 'ਚ ਆਜ਼ਾਦ ਹੋਇਆ ਤਾਂ। ਉਹ ਇਸ ਕਰਕੇ ਜਿਹੜੇ ਹੁਣ ਰਾਜ ਸੱਤਾ ਤੇ ਕਾਬਜ ਲੋਕ ਆ ਨਾ, ਇਹ ਸਾਮਰਾਜ ਦੇ ਦੱਲੇ ਆ, ਇਹ ਅਮਰੀਕਨ ਸਾਮਰਾਜ ਦੇ ਗੁਲਾਮ ਬਣੇ ਹੋਏ ਆ। ਇਸ ਕਰਕੇ ਸਾਨੂੰ ਇਸ ਗੱਲ ਦਾ ਗਿਆਨ ਆ ਵੀ ਇਹ ਲੜਾਈ ਲੰਬੀ ਆ। ਇਹਨਾਂ ਨੂੰ ਨਾ ਦੇਸ਼ ਨਾਲ ਪਿਆਰ ਆ, ਨਾ ਦੇਸ਼ ਦੇ ਲੋਕਾਂ ਨਾਲ ਪਿਆਰ ਆ। ਇਹਨਾਂ ਨੂੰ ਤਾਂ ਜੋ ਅਮਰੀਕਾ ਸਾਮਰਾਜ ਕਹੂਗਾ ਇਹ ਉਸ ਹਿਸਾਬ ਨਾਲ ਚੱਲਣਗੇ। ਸੋ ਇਸ ਕਰਕੇ ਸਾਨੂੰ ਇਸ ਗੱਲ ਦਾ ਗਿਆਨ ਆ ਵੀ ਲੜਾਈ ਲੰਬੀ ਚੱਲੂਗੀ। ਇਹਨਾਂ ਨੂੰ ਮਰੇ ਦਾ ਨਹੀਂ ਕਿਸੇ ਦਾ, ਕਿਸੇ ਦੇ ਜੰਮੇ ਦਾ ਨਹੀਂ ਹੈਗਾ। ਸਾਡਾ ਪ੍ਰਧਾਨ ਮੰਤਰੀ ਦਾ ਇਹੋ ਜਿਹਾ ਹੈ, ਨੋ ਲਿਆਉਣੀ ਨਹੀਂ, ਧੀ ਤੋਰਨੀ ਨਹੀਂ। ਇਸ ਕਰਕੇ ਕਬੀਲਦਾਰੀ ਦਾ, ਇਨਸਾਨੀਅਤ ਦਾ ਉਹਨਾਂ ਨੂੰ ਕੋਈ ਗਿਆਨ ਨਹੀਂ। ਮੋਰਚਾ ਕੁਛ ਜਿਹੜਾ ਹੈਗਾ ਉੱਥੇ ਜੋ ਬੇਅਦਬੀ ਦੀ ਘਟਨਾ ਵਾਪਰ ਜਾਂਦੀ ਹੈ ਜੀ, ਜਾਂ ਫਿਰ ਜੋ ਇੱਕ ਕਤਲकांड ਹੋ ਜਾਂਦਾ ਹਨ ਨਿਹੰਗ ਸਿੰਘਾਂ ਦੇ ਵੱਲੋਂ, ਇੱਕ ਵਿਅਕਤੀ ਨੂੰ ਜਿਹਨੂੰ ਦੱਸਿਆ ਜਾ ਰਿਹਾ ਵੀ ਉਹਨੇ ਬੇਅਦਬੀ ਕੀਤੀ ਤੇ ਉਸ ਤੋਂ ਬਾਅਦ ਉਹਨੇ ਮਾਰਤ, ਉਹਨੂੰ ਮੋਰਚੇ ਨੂੰ ਢਾਲ ਲੱਗੀ ਕਿਸੇ ਤਰ੍ਹਾਂ ਦੀ? ਕੀ ਨਹੀਂ, ਇਹ ਸਾਰੀਆਂ ਸਾਜ਼ਿਸ਼ਾਂ ਸਰਕਾਰ ਦੀਆਂ ਏਜੰਸੀਆਂ ਕਰ ਰਹੀਆਂ। ਉਹ ਦੱਸ ਰਹੇ ਆ ਵੀ ਉਹਦੇ ਕੋਲ, ਉਹਦੀ ਭੈਣ ਕਹਿੰਦੇ 50 ਰੁਪਏ ਦੇ ਉਹਦੇ ਕੋਲ। 50 ਰੁਪਏ ਨਾਲ ਬੰਦਾ ਦਿੱਲੀ ਕਿੱਦਾਂ ਪਹੁੰਚ ਗਿਆ? ਦੂਜਾ, ਸਾਡਾ ਜਿਹੜਾ ਸਾਂਝਾ ਮੋਰਚਾ ਇਹ ਕਿਸੇ ਇੱਕ ਧਰਮ ਦਾ ਮੋਰਚਾ ਨਹੀਂ ਹੈਗਾ। ਇਹ ਪੂਰੇ ਭਾਰਤ ਦੇ ਜਿਹੜੇ ਕਿਸਾਨੀ ਨਾਲ ਜੁੜੇ ਲੋਕ ਆ, ਚਾਹੇ ਅਸੀਂ ਮਜ਼ਦੂਰਾਂ ਹੋਣਾ 'ਚ ਤੇ ਉਹਨਾਂ ਨਾਲ ਜੁੜਿਆ ਹੋਇਆ ਹੈ। ਕਿਉਂਕਿ ਖੇਤੀ ਇਕੱਲਾ ਸਿੱਖ ਨਹੀਂ ਕਰਦੇ, ਖੇਤੀ ਮੁਸਲਮਾਨ ਵੀ ਕਰਦੇ ਆ, ਹਿੰਦੂ ਵੀ ਕਰਦੇ ਆ, ਈਸਾਈ ਵੀ ਕਰਦੇ ਆ। ਸੋ ਇਹ ਲੜਾਈ ਜਿਹੜੀ ਸਾਡੀ 3 ਕਾਲੇ ਕਾਨੂੰਨਾਂ ਦੀ, ਉਹ ਕਿਸੇ ਇੱਕ ਧਰਮ ਦੀ ਲੜਾਈ ਨਹੀਂ। ਇਹ ਸਰਕਾਰ ਦੀਆਂ ਏਜੰਸੀਆਂ, ਜੇ ਨਿਰਪੱਖ ਜਾਂਚ ਹੋਵੇ ਤਾਂ ਜਿਹੜਾ ਸੱਚ ਆ ਉਹ ਸਾਹਮਣੇ ਆ ਜਾਊਗਾ ਜੀ। ਤੇ ਬਾਕੀ ਸਾਹਿਬ, ਜਿਵੇਂ ਆਪਾਂ ਤੁਸੀਂ ਵੀ ਗੱਲ ਕੀਤੀ ਵੀ ਹਰ ਧਰਮਾਂ ਦਾ ਇਹ ਮੋਰਚਾ ਹੈਗਾ, ਕਿਸੇ ਹੋਰ ਧਰਮ ਦੀ ਉੱਥੇ ਬੇਅਦਬੀ ਹੋ ਜਾਂਦੀ ਤੇ ਉਸ ਧਰਮ ਦੇ ਲੋਕ ਜੇ ਉਹਨੂੰ ਝਟਕਾ ਦਿੰਦੇ, ਤਾਂ ਕਿ ਯੋਗਿੰਦਰ ਯਾਦਵ ਵੀ ਫਿਰ ਇਹੀ ਕਹਿੰਦੇ, ਜੇ ਮੰਨ ਲਓ ਹਿੰਦੂ ਧਰਮ ਦੀ ਆਪਾਂ ਗੱਲ ਕਰ ਲਈਏ, ਫਿਰ ਉਹ ਵੀ ਕਹਿੰਦੇ ਵੀ ਇਹ ਸਾਡੇ ਲੋਕ ਨਹੀਂ ਹੈ। ਜਿਵੇਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਹਿ ਦਿੱਤਾ ਗਿਆ ਵੀ ਇਹ ਠੀਕ ਕੀਤਾ ਵੀ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਸੀਗੀਆਂ ਜਾਂ ਉੱਥੇ ਨਿਹੰਗ ਸਿੰਘ ਸੀਗੇ ਵੀ ਉਹਨਾਂ ਨੂੰ ਠੀਕ ਹੈ ਵੀ ਸਾਡਾ ਇਹਨਾਂ ਨਾਲ ਕੋਈ ਲੇਗਾ ਤੇਗਾ ਨਹੀਂ। ਨਹੀਂ, ਇਹ ਸਵਾਲ ਜਿਹੜੀ ਮੇਰਾ ਜਿਹੜਾ ਲੈਵਲ ਆ, ਮੇਰਾ ਲੈਵਲ ਜ਼ਿਲ੍ਹੇ ਤੱਕ ਦਾ, ਤਾਂ ਮੈਂ ਇਸ ਕਰਕੇ ਇੱਕ ਵਿਚਾਰ ਹੁੰਦਾ ਨਾ ਜੀ ਵੀ ਅਸੀਂ ਇਸ ਚੀਜ਼ ਨੂੰ ਦੇਖਦੇ ਤਾਂ ਤੁਸੀਂ ਸਹਿਮਤੀ ਦੇ ਨਾਲ ਦੇਖਦੇ ਹੋ ਜਾਂ ਅਸਹਿਮਤੀ ਪ੍ਰਗਟ ਕਰਦੇ ਹੋ, ਇੰਨਾ ਤਾਂ ਦੇਖ ਸਕਦੇ ਹੋ। ਦੇਖੋ, ਅਸੀਂ ਤਾਂ ਜੋ ਸਾਡਾ 32 ਕਿਸਾਨ ਜਥੇਬੰਦੀਆਂ ਦਾ ਫੈਸਲਾ ਹੈ ਉਹਦੇ ਤੇ ਫੁੱਲ ਚੜਾਉਣੇ ਆ। ਸਾਨੂੰ ਉਹ ਦਿਨ ਕਹਿਣਗੇ ਅਸੀਂ ਦਿਨ ਕਹੂੰਗੇ, ਉਹ ਰਾਤ ਕਹਿਣਗੇ ਰਾਤ ਕਹੂੰਗੇ। ਦੂਜਾ, ਜਿਹੜਾ ਮੋਰਚੇ ਨੂੰ ਢਾਲ ਲੱਗਣ ਵਾਲੀ ਕੋਈ ਵੀ ਗੱਲ, ਚਾਹੇ ਮੇਰੇ ਤੋਂ ਵੀ ਗਲਤੀ ਹੁੰਦੀ ਆ, ਜੇ ਤਾਂ ਮੈਂ ਉਹ ਗਲਤੀ ਮੰਨ ਲੂੰਗਾ ਫਿਰ ਤਾਂ ਠੀਕ ਆ। ਜੇ ਮੈਂ ਕਹੂੰਗਾ ਨਹੀਂ ਮੈਂ ਠੀਕ ਆ, ਉਹ ਉੱਥੇ ਜਿਹੜਾ ਮੋਰਚੇ ਨੂੰ ਢਾਲ ਲੱਗਣ ਦਾ ਖਤਰਾ ਹੈ। ਦੇਸ਼ ਦੀ ਏਕਤਾ ਅਖੰਡਤਾ ਬਣਾਉਣ ਵਾਸਤੇ। ਦੂਜਾ, ਜਿਹੜੀ ਸਾਡੀ ਦਸਤਾਰ ਆ 1984 ਤੋਂ ਬਾਅਦ ਐਡਾ ਢਾਲ ਗਿਆ ਤਾਂ ਸਿੱਖ ਧਰਮ ਨੂੰ ਵੀ ਆਹ ਸਾਂਝੇ ਮੋਰਚੇ ਨੇ ਇਸ ਸੰਘਰਸ਼ ਦੇ ਦੌਰਾਨ ਹਿੰਦੁਸਤਾਨ 'ਚ ਜਿਹੜੀ ਦਸਤਾਰ ਆ ਉਹਦੀ ਜਿਹੜੀ ਪਹਿਚਾਣ ਆ ਉਹ ਅਲੱਗ ਕਿਸਮ ਦੀ ਬਣਾਈ ਆ। ਜਿੱਥੇ ਸਾਨੂੰ ਅੱਤਵਾਦੀਆਂ ਤੱਕ ਕਿਹਾ ਜਾਂਦਾ ਤਾਂ, ਅੱਜ ਹਿੰਦੁਸਤਾਨ ਦੇ ਸਮੂਹ ਲੋਕ ਇਹ ਦੇਖਦੇ ਆ ਵੀ ਜਿਹੜੇ ਦਸਤਾਰ ਵਾਲੇ ਆ ਇਹ ਸਾਡੀ ਔਖੇ ਟਾਈਮ ਤੇ ਬਾਂਹ ਫੜਨਗੇ। ਅਸੀਂ ਉਹਨੂੰ ਬਰਕਰਾਰ ਰੱਖਣ ਦੇ ਲਈ ਸਾਨੂੰ ਹੋਰ ਵੀ ਕੁਰਬਾਨੀ ਦੇਣੀ ਪਈ, ਉਹ ਵੀ ਦਊਂਗੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਸਰ? ਗੁਰਨਾਮ ਸਿੰਘ ਜੱਸੜਾ, ਸੂਬਾ ਬੁਲਾਰਾ, ਭਾਰਤੀ ਕਿਸਾਨ ਖੋਸਾ ਜੀ। ਜੱਸੜਾ ਸਾਹਿਬ, ਤੁਸੀਂ ਕਿਵੇਂ ਵੇਖਦੇ ਹੋ ਜੋ ਬੀਤੇ ਸਮੇਂ ਦੌਰਾਨ ਘਟਨਾ ਵਾਪਰੀ ਹੈ, ਜੋ ਮੋਰਚੇ ਦੇ ਤੋਂ ਧਿਆਨ ਹੁਣ ਹੋਰ ਪਾਸੇ ਨੂੰ ਬਹੁਤ ਸਾਰੇ ਲੋਕ ਇਹਦੇ ਬਾਰੇ ਵਿਚਾਰ ਦੇਣ ਲੱਗੇ ਨੇ? ਦੇਖੋ, ਜਿਹੜਾ ਅਸੀਂ ਆਹ ਰੇਲਵੇ ਟਰੈਕ ਰੋਕਣ ਦਾ
ਸੰਯੁਕਤ ਕਿਸਾਨ ਮੋਰਚੇ ਵੱਲੋਂ ਹਵਾਨਾ ਆਇਆ ਸੀ ਉਹਦੇ ਮੁਤਾਬਕ ਅਸੀਂ ਇਹ ਰੋਪੜ ਵਿੱਚ ਤੁਸੀਂ ਦੇਖ ਵੀ ਰਹੇ ਹੋ ਅਸੀਂ ਇੱਥੇ ਧਰਨਾ ਦਿੱਤਾ। ਦੂਜਾ ਜਿਹੜਾ ਜੀ ਇਹ ਘਟਨਾ ਵਾਪਰੀ ਹੈ ਦਿੱਲੀ ਦੇ ਬਾਰਡਰ ਤੇ, ਮੈਂ ਉਹਨੂੰ ਇੱਕ ਇਹ ਸਾਜ਼ਿਸ਼ ਕਰਾਰ ਦਿੰਦਾ ਕਿਉਂਕਿ ਉਸ ਪਰਿਵਾਰ ਦੇ ਮੈਂਬਰ ਇਹ ਕਹਿ ਰਹੇ ਨੇ ਕਿ ਸਾਡਾ ਬੱਚਾ ਘਰ ਤੋਂ 50 ਰੁਪਏ ਲੈ ਕੇ ਤੁਰਿਆ। ਜਦੋਂ ਇੱਕ ਬੱਚਾ 50 ਰੁਪਏ ਲੈ ਕੇ ਤੁਰਿਆ ਤਾਂ ਬਾਰਡਰ ਤੇ ਤਾਂ ਪਹੁੰਚ ਨਹੀਂ ਸਕਦਾ 50 ਰੁਪਏ ਨਾਲ। ਇਹਦਾ ਮਤਲਬ ਹੈ ਵੀ ਇਹ ਇੱਕ ਸਾਜ਼ਿਸ਼ ਕੀਤੀ ਗਈ ਹੈ ਉਸ ਇਲਾਕੇ ਦੇ ਬੰਦਿਆਂ ਦੀ, ਜਾਂ ਫਿਰ ਇਹ ਕਿਸੇ ਦਿੱਲੀ ਦੀ ਸਰਕਾਰ ਦੀ ਕਿਸੇ ਏਜੰਸੀ ਵੱਲੋਂ ਉਹ ਸਾਜ਼ਿਸ਼ ਤਹਿਤ ਉੱਥੇ ਭੇਜ ਕੇ ਉਹ ਤੋਂ ਬੇਅਦਬੀ ਕਰਾਈ ਗਈ ਹੈ। ਦੂਜਾ ਜੋ ਉਹਨਾਂ ਨੇ ਰਿਐਕਸ਼ਨ ਹੋਇਆ ਸਾਡੇ ਗੁਰੂ ਦੇ ਲਾਡਲੇ ਫੌਜਾਂ ਵੱਲੋਂ, ਮੈਂ ਉਹਨੂੰ ਸਹੀ ਠਹਿਰਾਊਂਗਾ ਕਿਉਂਕਿ ਜੇ ਅਸੀਂ 7 ਸਾਲ ਪਿੱਛੇ ਜਾਈਏ ਸਾਡੇ ਗੁਰੂ ਮਹਾਰਾਜ ਦੀਆਂ ਬਹੁਤ ਬੇਅਦਬੀਆਂ ਹੋਈਆਂ, ਨਾ ਸਾਨੂੰ ਸਰਕਾਰਾਂ ਨੇ ਇਨਸਾਫ ਦਿੱਤਾ, ਨਾ ਸਾਨੂੰ ਸਾਡੀਆਂ ਸਤਿਕਾਰਯੋਗ ਜਿਹੜੀਆਂ ਅਦਾਲਤਾਂ ਉਹਨਾਂ ਨੇ ਸਾਨੂੰ ਇਨਸਾਫ ਦਿੱਤਾ। ਇਸੇ ਕਰਕੇ ਇਹ ਜੋ ਰਿਐਕਸ਼ਨ ਹੋਇਆ ਉਹ ਪਿੱਛੇ ਜੋ ਅਸੀਂ ਸਾਡੇ ਨਾਲ ਬੀਤੀ ਆ ਉਹਦਾ ਵੀ ਇੱਕ ਪ੍ਰਭਾਵ ਹੈ ਇਸ ਰਿਐਕਸ਼ਨ ਤੇ। ਦੂਜੀ ਗੱਲ ਜੋ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇਹ ਕਿਹਾ ਵੀ ਸਾਡਾ ਇਹ ਨਾਲ ਕੋਈ ਸੰਬੰਧ ਨਹੀਂ ਹੈ। ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਉਹ ਇਹੀ ਕੁਝ ਕਹਿੰਦੇ ਸੀ 26 ਜਨਵਰੀ ਨੂੰ ਕਿ ਸਾਡੇ ਨੌਜਵਾਨਾਂ ਕੋਈ ਸੰਬੰਧ ਨਹੀਂ, ਜਦੋਂ ਕਿ ਨੌਜਵਾਨਾਂ ਨੇ ਹੀ ਸਾਨੂੰ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚਾਇਆ। ਅਗਰ ਸਾਡੇ ਕਿਸੇ ਨੌਜਵਾਨ ਨੇ ਗਲਤੀ ਕੀਤੀ ਹੈ ਤਾਂ ਨੌਜਵਾਨ ਤਾਂ ਸਾਡਾ ਹੀ ਬੱਚਾ ਹੈ। ਅਗਰ ਮੇਰਾ ਸਗਾ ਪੁੱਤਰ ਕੋਈ ਗਲਤੀ ਕਰ ਦਿੰਦਾ ਤਾਂ ਇਹ ਤਾਂ ਨਹੀਂ ਮੈਂ ਕਹਿ ਦੂੰਗਾ ਵੀ ਮੇਰਾ ਪੁੱਤਰ ਹੀ ਨਹੀਂ ਹੈ ਇਹ। ਇਸੇ ਤਰ੍ਹਾਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜੇ ਇਹੋ ਜਿਹੀ ਘਟਨਾ ਵਾਪਰਦੀ ਆ ਉਹਦਾ ਪਿਛੋਕੜ ਦੇਖ ਕੇ ਉਹਨੂੰ ਵਿਚਾਰ ਕਰਕੇ ਉਹਦੇ ਸੰਬੰਧੀ ਕੋਈ ਸਾਂਝਾ ਬਿਆਨ ਦਏ ਕਰਨ। ਇਹ ਨਾ ਕਹੇ ਕਰਨ ਕਿ ਇਹ ਅਸੀਂ ਆਪਣੀ ਜਿਹੜੀ ਸਾਡਾ ਵਰਗ ਆ ਉਹਦੇ 'ਚ ਕੱਢਦੇ ਬਾਹਰ, ਉਹ ਜੋ ਛੇਕ ਤੇ ਸਾਡਾ ਸੰਬੰਧ ਨਹੀਂ ਹੈ ਜੀ। ਬਿਲਕੁਲ। ਸੋ ਜਿਹੜੀ ਹੈਗੀ ਆ ਕਿਸਾਨ ਟਰੈਕ ਤੇ ਦੁਬਾਰਾ ਆ ਗਏ ਨੇ। ਗੱਗੋਂ ਸਾਹਿਬ ਆਓ ਇੱਕ ਮਿੰਟ, ਪਿੱਛੇ ਨੂੰ ਹੋ ਜਾ, ਆ ਜਾਓ ਆਪਾਂ ਕਾਹਨੂੰ ਦੱਸਾਂ। ਆ ਜਾਓ ਜੀ, ਆ ਜਾਓ। ਸੁਭਾਅ ਹੁੰਦਾ ਬੰਦੇ ਦਾ। ਹੁਣ ਇਹ ਤਾਂ ਕਹਿੰਦੇ ਆ ਜੀ ਵੀ ਹਰੇਕ ਲੀਡਰ ਬਣੀ ਜਾਂਦਾ ਜੀ, ਇਹ ਆਪਸ ਦੇ ਵਿੱਚ ਫੁੱਟੇ ਹੋਏ ਆ ਜੀ। ਗੱਲ ਕੀ ਆਪਾਂ ਹੈ? ਕੁਝ ਨਹੀਂ ਕਹਿੰਦੇ। ਤੇ ਤੁਸੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਸੰਬੰਧ ਰੱਖਦੇ ਹੋ ਗੱਗੋਂ ਸਾਹਿਬ, ਤੁਸੀਂ ਇੱਕ ਆਗੂ ਹੋ, ਤੇ ਤੁਸੀਂ ਕਿਵੇਂ ਵੇਖਦੇ ਹੋ ਜਿਹੜੇ ਘਟਨਾਵਾਂ ਹੋਈਆਂ ਜੀ ਜਾਂ ਦਿੱਲੀ ਦੇ ਵਿੱਚ ਜੋ ਘਟਨਾ ਵਾਪਰੀ ਹੈ? ਕਿਉਂਕਿ ਖੋਸਾ ਯੂਨੀਅਨ ਤਾਂ ਕਹਿ ਰਹੀ ਹੈ ਵੀ ਠੀਕ ਜੋ ਉਹਨਾਂ ਨੇ ਕੀਤਾ ਵੀ ਠੀਕ ਕੀਤਾ, ਇਹਨਾਂ ਨੇ ਕਿਹਾ। ਦੇਖੋ ਇਹ ਧਾਰਮਿਕ ਮਸਲਾ ਹੈ ਜੀ। ਅਸਲ 'ਚ ਧਾਰਮਿਕ ਮਸਲੇ ਦਾ ਨਿਹੰਗ ਸਿੰਘਾਂ ਦਾ ਕੋਈ ਆਪਣਾ ਹੀ ਸਿਸਟਮ ਹੈ। ਉਹਦੇ ਬਾਰੇ ਹੁਣ ਉੱਥੇ ਹੋਈ, ਮੈਂ ਤਾਂ ਇੱਥੇ ਆਇਆ ਹੋਇਆ ਸੀਗਾ, ਮੈਨੂੰ ਨਹੀਂ ਪਤਾ ਕਿ ਉਹ ਕੀ ਗੱਲ ਹੈ, ਕੀ ਬਾਤ ਹੋਈ ਹੈ। ਪਰੰਤੂ ਜਿਸ ਤਰ੍ਹਾਂ ਇਸ ਤਰ੍ਹਾਂ ਦਾ ਕੋਈ ਬੰਦਾ ਕਤਲकांड ਕਰ ਦੇਣਾ, ਇਹ ਤਾਂ ਵੈਸੇ ਮਾਨਵਤਾ ਦੇ ਹੱਕ 'ਚ ਵਾਲੀ ਗੱਲ ਹੈ। ਉਹਨੇ ਬੇਅਦਬੀ ਕੀਤੀ ਹੋਵੇਗੀ, ਕੀਤੀ ਹੋਣੀ ਹੈ, ਉਹਦੇ ਨਾਲ ਕੋਈ ਢੰਗ ਤਰੀਕਾ ਹੋਰ ਵਰਤਿਆ ਜਾ ਸਕਦਾ ਹੈ। ਪਰ ਹੁਣ ਤੱਕ ਉਹ ਕਹਿੰਦੇ ਕਿੰਨੇ ਦੋਸ਼ੀ ਜਿਹੜੇ ਹੈਗੇ ਇਸ ਤਰ੍ਹਾਂ ਹੀ ਛੱਡੀ ਗਏ, ਕਦੋਂ ਤੱਕ ਇਹ ਸਹੀ ਜਾਵਾਂਗੇ ਜੀ? ਉਹ ਇਹ ਕਹਿ ਰਹੇ ਨੇ। ਦੇਖੋ ਉਹ ਠੀਕ ਹੈ, ਉਹਨਾਂ ਦੀ ਸੋਚਣੀ ਆਪਣੀਆਂ, ਪਰ ਜਿਹੜੀ ਆਲ ਓਵਰ ਆਪਾਂ ਗੱਲ ਕਰੀਏ, ਜੇ ਮਾਨਵਤਾ ਦੀ ਗੱਲ ਕਰਦੇ, ਮਾਨਵਤਾ ਦੇ ਵਿੱਚ ਇਸ ਤਰ੍ਹਾਂ ਦੇ ਹੱਥ ਪੈਰ ਵੱਢ ਦੇਣੇ ਸ਼ਰੇਆਮ, ਮਾਨਵਤਾ ਦਾ ਜਿਹੜਾ ਕਾਨੂੰਨ ਉਹ ਇਜਾਜ਼ਤ ਨਹੀਂ ਦਿੰਦਾ। ਠੀਕ ਹੈ, ਉਹਨਾਂ ਦੇ ਮਨ 'ਚ ਗੁੱਸਾ ਹੈ। ਗੁੱਸਾ ਕੀ ਹੈ ਕਿ ਜੋ ਕਾਨੂੰਨ ਹੈ, ਜੋ ਸਿਸਟਮ ਹੈ ਸਾਡੇ ਦੇਸ਼ ਦਾ, ਉਹ ਮਾੜਾ ਹੈ। ਜੇ ਕਾਨੂੰਨ ਅਨੁਸਾਰ ਪਹਿਲੇ ਦੋਸ਼ੀਆਂ ਨੂੰ ਸਜ਼ਾ ਦੇ ਦਿੱਤੀ ਜਾਂਦੀ ਤਾਂ ਹੋ ਸਕਦਾ ਇਹ ਕਾਂਡ ਨਾ ਵਾਪਰਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਸੂਬਾ ਸਰਹੰਦ ਦਾ ਹਾਲ ਕੀਤਾ ਸੀ, ਉਹ ਵੀ ਫਿਰ ਮਾਨਵਤਾ ਦੇ ਉਲਟ ਸੀਗਾ ਜੀ। ਜੋ ਭਗਤ ਸਿੰਘ ਨੇ ਕੀਤਾ ਜੀ, ਉਹ ਵੀ ਮਾਨਵਤਾ ਦੇ ਉਲਟ ਹੈ ਜੀ। ਦੇਖੋ ਇਹ ਧਾਰਮਿਕਤਾ ਆ ਗਈ ਗੱਲ। ਜੋ ਵਜੀਦੇ ਨੇ ਕੰਮ ਕੀਤਾ ਸੀਗਾ, ਵਜੀਦੇ ਨੇ ਵੀ ਮਾਨਵਤਾ ਤੋਂ ਉਲਟ ਕੀਤਾ ਸੀ, ਕਿਉਂਕਿ ਜਿਹੜੀ ਉਸ ਟਾਈਮ ਦਾ ਸ਼ਰੀਅਤ ਦਾ ਕਾਨੂੰਨ ਸੀ, ਸ਼ਰੀਅਤ ਕਾਨੂੰਨ ਮੁਤਾਬਕ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਸੀ, ਤੇ ਮਾਤਾ ਗੁਜਰੀ ਦਾ ਉਮਰ ਜ਼ਿਆਦਾ ਸੀ, ਉਹਨੂੰ ਵੀ ਦਿੱਤੀ ਜਾ ਨਹੀਂ ਸਕਦੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਮਾਨਵਤਾ ਦੇ ਹੱਕ 'ਚ ਹੈ ਜੀ ਜਾਂ ਉਲਟ ਹੈ? ਹਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਮਾਨਵਤਾ ਤੋਂ ਉਲਟ ਹੈ ਜੀ। ਫਿਰ ਬਹੁਤ ਉਲਟ। ਜਿਹੜਾ ਵਜੀਦੇ ਨੇ ਬੱਚਿਆਂ ਦੇ ਨਾਲ ਕੀਤਾ ਸੀ ਤੇ ਉਹਦਾ ਰਿਐਕਸ਼ਨ ਜੋ ਬੰਦਾ ਸਿੰਘ ਬਹਾਦਰ ਨੇ ਕੀਤਾ ਸੀ ਜੀ, ਫਿਰ ਉਹੀ ਜੋ ਬੇਅਦਬੀ ਦੀ ਮਾਨਵਤਾ ਦੇ ਉਲਟ ਕੀਤਾ, ਫਿਰ ਉਹੀ ਸਿੰਘਾਂ ਨੇ ਉਹ ਕਹਿੰਦੇ ਫਿਰ ਉਹੀ ਅਸੀਂ ਉਸ ਦੋਸ਼ੀ ਨਾਲ ਕੀਤਾ। ਨਹੀਂ ਦੇਖੋ, ਉਹ ਕੀਤਾ ਅਸੀਂ ਮੰਨਦੇ ਹਾਂ, ਮੈਂ ਕਹਿੰਦਾ ਵੀ ਉਹਨਾਂ ਦਾ ਧਾਰਮਿਕ ਮਸਲਾ ਹੈਗਾ ਏ, ਪਰ ਯਾਰ ਇਸ ਤਰ੍ਹਾਂ ਸ਼ਰੇਆਮ ਕਰਨਾ, ਮੈਂ ਇਹ ਨਹੀਂ ਕਹਿੰਦਾ ਉਹਨਾਂ ਨੇ ਜੋ ਹਾਲਾਤ ਬਣੇ ਜਿਹੜੀਆਂ ਕੀਤਾ ਉਹਦੇ ਨਾਲ ਮੈਂ ਸਹਿਮਤ ਨਹੀਂ।
ਤੇ ਜਿਹੜੀ ਫਿਰ ਕਿਸਾਨ ਆਗੂਆਂ ਨੇ ਕਿਹਾ ਜੀ ਵੀ ਨਿਹੰਗ ਸਿੰਘਾਂ ਨਾਲ ਸਾਡਾ ਕੋਈ ਲੇਗਾ ਤੇਗਾ ਨਹੀਂ ਹੈਗਾ, ਉਹ ਠੀਕ ਕਿਹਾ ਜੀ ਫਿਰ ਉਹ ਜਵਾਬ ਤਾਂ ਦੇਖੋ ਉਹੀ ਦੇ ਸਕਦੇ ਜਿਨ੍ਹਾਂ ਨੇ ਕਿਹਾ, ਮੈਂ ਤਾਂ ਕਹੀ ਨਹੀਂ ਇਹ ਗੱਲ। ਹੈ ਤਾਂ ਆਪਣੀ ਯੂਨੀਅਨ ਵੀ ਵਿੱਚੇ ਆ ਜੀ ਉਹਦੇ, ਆਪਣੀ ਸਹਿਮਤੀ। 40 ਦੇ ਵਿੱਚ ਹੈਗੀ ਹੈ, ਪਰੰਤੂ ਜਿਨ੍ਹਾਂ ਨੇ ਕਿਹਾ ਉਹ ਕਿਸੇ ਯੂਨੀਅਨ ਨੇ ਵਿਰੋਧ ਵੀ ਨਹੀਂ ਨਾ ਕੀਤਾ ਜੀ। ਮੈਂ ਤਾਂ ਕਹਿੰਦਾ ਵੀ ਚਲੋ ਸਹਿਮਤੀ ਤਾਂ ਹੋ ਹੀ ਸਕਦੀ ਹੈ, ਅਸਹਿਮਤੀ ਵੀ ਹੋ ਸਕਦੀ ਉਹਨਾਂ ਹੈ, ਨੇ ਕਿਸ ਸੰਦਰਭ ਵਿੱਚ ਕੀਤਾ ਇਹ ਗੱਲ ਬਾਰੇ ਨਹੀਂ ਮੈਂ ਕਹਿ ਸਕਦਾ। ਕਿਉਂਕਿ ਅੱਜ ਦੇਖਿਆ ਜੀ ਅਸੀਂ, ਉਹ ਕਹਿੰਦੇ ਜੀ ਸਾਡਾ ਨਿਹੰਗ ਸਿੰਘਾਂ ਨਾਲ ਕੋਈ ਲੇਗਾ ਤੇਗਾ ਨਹੀਂ, ਪ੍ਰਸ਼ਾਦੇ ਇੱਥੇ ਕਿਸਾਨ ਸਾਰੇ ਗੁਰੂ ਘਰ ਤੋਂ ਆ ਰਹੇ ਆ ਜੀ, ਉਹ ਛਕੀ ਜਾ ਰਹੇ ਆ। ਨਹੀਂ ਪਰ ਗੁਰੂ ਘਰ ਨਾਲ ਜਿਹੜੇ ਗੁਰੂ ਘਰ ਦੇ ਵਿੱਚ ਤਾਂ ਕੋਈ ਵੀ ਜਾ ਸਕਦਾ ਹੈ ਨਾ। ਗੁਰੂ ਘਰ ਜਿਹੜੇ ਹੈਗੇ ਸਾਡੇ, ਇਹਦਾ ਸਮੁੱਚੀ ਮਾਨਵਤਾ ਦੀ ਜੋ ਦਾਨ ਕੀਤਾ ਹੋਇਆ ਹੈਗਾ ਸਿਸਟਮ ਸਮੁੱਚੀ ਮਾਨਵਤਾ ਲਈ ਚੱਲਦਾ ਹੈ। ਜੇ ਤੁਸੀਂ ਕੱਲਾ ਕਹਿੰਦੇ ਵੀ ਕੱਲੇ ਨਿਹੰਗ ਸਿੰਘਾਂ ਦਾ ਇਹ ਗੁਰਦੁਆਰਾ, ਇਹ ਤਾਂ ਗਲਤ ਗੱਲ ਹੈ। ਨਿਹੰਗ ਸਿੰਘਾਂ ਦਾ ਨਹੀਂ ਹੈਗਾ, ਜਥੇਬੰਦੀ ਤਾਂ ਫਿਰ ਉਹ ਵੀ ਸਾਡੇ ਭਰਾ ਹੀ ਸੀਗੇ ਜੀ, ਉਹਨਾਂ ਨਾਲ ਤਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀਗਾ ਜੀ। ਕਿਹਨਾਂ ਨਾਲ ਜੀ? ਵੀ ਨਿਹੰਗ ਸਿੰਘਾਂ ਨਾਲ ਬਹੁਤ ਲੋਕ ਇਹ ਕਹਿ ਰਹੇ ਵੀ ਉਹਨਾਂ ਨਾਲ ਇਸ ਤਰ੍ਹਾਂ ਕਿਉਂ ਕੀਤਾ, ਵੀ ਸਾਡਾ ਜੀ ਇਹਨਾਂ ਨਾਲ ਕੋਈ ਸੰਬੰਧ ਹੀ ਨਹੀਂ ਹੈ। ਉਹ ਤਾਂ ਬਿਆਨ ਜਦੋਂ ਉਹ ਕਹਿੰਦੇ ਭਗਤ ਸਿੰਘ ਤੋਂ ਗਲਤੀ ਹੋਈ ਸੀ ਤਾਂ ਉਸ ਵੇਲੇ ਵੀ ਤਾਂ ਉਹਨਾਂ ਨੇ ਕਿਹਾ ਸੀ ਨਾ ਜਥੇਬੰਦੀ ਨੇ ਵੀ ਨਹੀਂ ਇਹ ਤਾਂ ਸਾਡਾ ਹੀ ਬੰਦਾ ਹੈ। ਭਗਤ ਸਿੰਘ ਦਾ ਜਿਹੜਾ ਕੇਸ ਉਹ ਹੋਰ ਸੀਗਾ। ਭਗਤ ਸਿੰਘ ਨੇ ਗੋਲੀ ਅੰਨੀ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਬੰਬ ਘੇਰਿਆ ਸੀ। ਬੰਬ ਨਾਲ ਕਿਸੇ ਦਾ ਉਹ ਨਹੀਂ ਹੋਇਆ, ਕੋਈ ਡੈਮੇਜ ਨਹੀਂ ਸੀ ਹੋਇਆ ਉੱਤੇ। ਭਗਤ ਸਿੰਘ ਨੇ ਜੋ ਬੰਬ ਘੇਰਿਆ ਸੀ ਉਹ ਇਸੇ ਕਰਕੇ ਉਹਨਾਂ ਨੇ ਪਰਚੇ ਵੀ ਆਈ ਸਿੱਟੇ ਸੀ ਕਿ ਅਸੀਂ ਗੋਲੀ ਅੰਨੀ ਸਰਕਾਰ ਨੂੰ ਜਗਾਉਣ ਲਈ ਕਿ ਲੋਕ ਜਾਗ ਪਏ ਆ, ਤੁਸੀਂ ਸਾਡੀ ਗੱਲ ਸੁਣੋ। ਇਹ ਧਾਰਮਿਕ ਮਸਲਾ ਆ ਗਿਆ ਨਿਹੰਗ ਸਿੰਘਾਂ ਵਾਲਾ। ਜੇ ਇਹ ਧਾਰਮਿਕ ਮਸਲਾ ਆ ਗਿਆ, ਉਹ ਆਜ਼ਾਦੀ ਦਾ ਮਸਲਾ ਸੀ। ਜੇ ਇਹ ਧਾਰਮਿਕ ਮਸਲੇ ਦੇ ਮਤਲਬ ਵਿੱਚ ਕਿ ਇਹ ਧਾਰਮਿਕ ਮਸਲਾ ਆਜ਼ਾਦੀ ਦੇ ਮਸਲੇ ਨਾਲੋਂ ਛੋਟਾ ਹੈ, ਨਾ ਵੱਡਾ ਜੀ, ਕਿ ਵੱਡਾ ਫਿਰ ਧਾਰਮਿਕਤਾ ਵੱਡੀ ਹੈ। ਪਰ ਇਹ ਕਿਹੜੇ ਕਾਨੂੰਨ ਦੇ ਤਹਿਤ ਉਹਨਾਂ ਨੇ ਸਜ਼ਾ ਦਿੱਤੀ ਹੈ ਤਾਂ ਉਹ ਨਿਹੰਗ ਸਿੰਘ ਦੱਸ ਸਕਦੇ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਤੇ ਇਹ ਜਿਹੜਾ ਮੋਰਚਾ ਜੀ, ਹੁਣ ਅਸੀਂ ਜਿਵੇਂ ਗੱਲ ਕਰੀਏ, ਅਸੀਂ ਸ਼ੁਰੂਆਤ ਦੇ ਵਿੱਚ ਕਹਿੰਦੇ ਹੁੰਦੇ ਵੀ ਕਿਸਾਨੀ ਮੋਰਚਾ ਹਰ ਵਰਗ ਦਾ ਮੋਰਚਾ ਜਿਹੜੇ ਰੋਟੀ ਖਾਂਦੇ ਆ, ਹੁਣ ਅਸੀਂ ਇਹੀ ਗੱਲ ਕਹੀਏ ਜਾਂ ਸਿਰਫ ਕਿਸਾਨਾਂ ਦਾ ਮੋਰਚਾ ਹੈ ਜੀ ਇਹ ਕਹੀਏ? ਨਹੀਂ, ਕਿਸਾਨ ਮਜ਼ਦੂਰ ਉੱਥੇ ਤਾਂ ਸਾਰੇ ਗਏ ਹੋਏ ਆ। ਜਿਹੜਾ ਮੋਰਚਾ ਹੈ, ਜਿਹੜੇ ਕਾਨੂੰਨ ਬਣੇ ਆ, ਕਾਨੂੰਨ ਇਕੱਲੇ ਕਿਸਾਨ ਵਾਸਤੇ ਮਾਰੂ ਨਹੀਂ ਬਣੇ, ਸਾਰੇ ਵਰਗਾਂ ਵਾਸਤੇ ਮਾਰੂ ਬਣੇ ਆ। ਤੇ ਫਿਰ ਜਦੋਂ ਹੋਰ ਵਰਗਾਂ ਦੇ ਲੋਕ ਜੀ ਮੋਰਚੇ ਤੇ ਸੇਵਾ ਕਰਨ ਜਾਂਦੇ ਆ, ਰਸਤੇ 'ਚ ਹਾਦਸਾਗ੍ਰਸਤ ਹੋ ਜਾਂਦੇ ਆ, ਮੋਰਚਾ ਇੱਕ ਵਾਰ 50,000 ਦੇ ਕੇ ਮੁੜ ਕੇ ਸਾਰ ਕਿਉਂ ਨਹੀਂ ਲੈਂਦਾ? ਗੱਗੋਂ ਸਾਹਿਬ, ਰੌਲੀ ਦਾ ਕੇਸ ਆ ਜੀ, ਐਕਸੀਡੈਂਟ ਹੋ ਗਿਆ ਜੀ ਮੁੰਡੇ ਦਾ ਕਰਾਲੀ, 7.5 ਲੱਖ ਰੁਪਏ ਪਰਿਵਾਰ ਤੇ ਹੁਣ ਤੱਕ ਲੱਗ ਗਿਆ। ਇਹ ਵੀ ਨਹੀਂ ਬਈ ਕਿਸਾਨ ਮੋਰਚੇ ਨੂੰ ਪਤਾ ਨਹੀਂ, ਸੰਯੁਕਤ ਕਿਸਾਨ ਮੋਰਚਾ 50,000 ਰੁਪਏ ਦੇ ਆਇਆ ਜੀ ਉਹਨੂੰ ਇੱਕ ਵਾਰ ਜਾ ਕੇ, ਮੁੜ ਕੇ ਨਾ ਪਰਿਵਾਰ ਦਾ ਹੀ ਸਾਰ ਲਈ ਨਾ ਫੋਨ ਕਰਿਆ। ਘੱਟੋ ਘੱਟ ਤੁਸੀਂ ਆਪਣੇ ਫੰਡਾਂ 'ਚੋਂ ਪੈਸਾ ਨਹੀਂ ਹਿਲਾ ਸਕਦੇ? ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਇੱਕ ਅਨਾਉਂਸਮੈਂਟ ਕਰ ਦਿਓ ਵੀ ਫਲਾਣਾ ਭਾਈ ਸੜਕ ਦੁਰਘਟਨਾ ਹੋ ਗਈ, ਉਹਦੇ ਐਕਸੀਡੈਂਟ ਹੋ ਗਿਆ, ਵੀ ਉਹਦੀ ਮਦਦ ਕਰੋ। ਉਹ ਵੀ ਨਹੀਂ ਮਦਦ ਦੇ ਲਈ। ਮੈਂ 5 ਫੋਨ ਮੈਂ ਖੁਦ ਆਗੂਆਂ ਨੂੰ ਕਰ ਚੁੱਕਿਆ ਜੀ, ਹਰਮੀਤ ਸਿੰਘ ਕਾਦੀਆਂ ਹੋਰਾਂ ਨੂੰ ਵੀ ਕਰ ਚੁੱਕਿਆ ਜੀ। ਦੇਖੋ, ਮੈਨੂੰ ਅੱਜ ਪਤਾ ਲੱਗਿਆ ਜੀ ਇਹ ਤੁਹਾਤੋਂ, ਮੈਂ ਤੁਹਾਨੂੰ ਤਾਂ ਹੀ ਪੁੱਛਿਆ ਸੀ, ਮੈਨੂੰ ਅੱਜ ਪਤਾ ਲੱਗਿਆ। ਮੈਂ ਜਿੱਦਾਂ ਦਿੱਲੀ ਹੁਣ ਜਾਊਂਗਾ, ਮੈਂ ਆਪਣੀ ਇਹ ਗੱਲ ਸੁਖਤ ਮੋਰਚੇ 'ਚ ਰੱਖੂੰਗਾ, ਅਨਾਉਂਸਮੈਂਟ ਵੀ ਕਰਾਊਂਗਾ ਤੇ ਇਹ ਗੱਲ ਨੂੰ ਵੀ ਚੱਕੂੰਗਾ ਮੈਂ ਉੱਥੇ ਕਿ ਇਹ ਕੇਸ ਸਾਡੇ ਆਪਣੇ ਨੂਰਪੁਰ ਬੇਦੀ ਜੋ ਹੋਇਆ, ਉਹਦੀ ਕਿਉਂ ਸਾਰ ਨਹੀਂ ਲਈ? ਉਹਦੀ ਜ਼ਮੀਨ ਵੀ ਨਹੀਂ ਹੈ ਜੀ ਵਿਚਾਰਿਆਂ ਦੀ, ਉਹਨਾਂ ਦਾ ਮੱਝਾਂ ਵੀ ਵਿਕ ਗਈਆਂ, ਉਹ ਕਹਿੰਦੇ ਜੀ ਸਾਡੀਆਂ। ਪਰ ਮੈਨੂੰ ਲੱਗਿਆ ਵੀ ਸ਼ਾਇਦ ਜਿਹੜੇ ਕਿਸਾਨਾਂ ਦੇ ਐਕਸੀਡੈਂਟ ਹੋਣਗੇ ਉਹਨਾਂ ਦਾ ਹੀ ਜ਼ਿੰਮੇਵਾਰੀ ਲਓਗੇ, ਵੀ ਦਰਜੀ ਦਾ ਪੋਤਾ ਸ਼ਾਇਦ ਉਹ ਵੀ, ਇਸ ਕਰਕੇ ਹਰ ਵਰਗ ਦਾ ਨਹੀਂ ਹੈਗਾ। ਇਹੀ ਜੀ ਗੱਲ ਤਾਂ ਨਹੀਂ ਹੈਗੀ ਆ। ਇਹ ਤਾਂ ਪਿੱਛੇ ਭੌਵਾਲ ਦਾ ਕੇਸ ਹੋਇਆ ਸੀਗਾ, ਭੌਵਾਲ ਤੋਂ ਮੁੰਡੇ ਗਏ ਸੀਗੇ, ਰਾਹ 'ਚ ਐਕਸੀਡੈਂਟ ਹੋ ਗਿਆ। ਸੰਯੁਕਤ ਕਿਸਾਨ ਮੋਰਚੇ ਦੀ ਲਾਪਰਵਾਹੀ ਨਹੀਂ ਜੀ, ਜਦੋਂ ਪਤਾ ਵੀ 1000 ਇੱਕ ਵਾਰ ਆਪ ਜਗਜੀਤ ਸਿੰਘ ਡੱਲੇਵਾਲ ਆ ਕੇ ਪੀਜੀਆਈ ਦੇ ਵਿੱਚ 50,000 ਦੇ ਗਏ, ਮੁੜ ਕੇ ਘੱਟੋ ਘੱਟ ਯਾਰ ਸਾਰ ਹੀ ਲੈ ਲਓ ਤੁਸੀਂ। ਇਹ ਦੇਖੋ, ਇਹ ਗਲਤੀ ਜ਼ਰੂਰ ਮੰਨਦਾ ਮੈਂ ਕਿ ਜੇ ਉਹ ਦੇ ਕੇ ਗਏ ਸੀ ਡੱਲੇਵਾਲ ਸਾਹਿਬ ਤਾਂ ਉਹ ਮੁੜ ਕੇ ਵੀ ਖਬਰਸਾਰ ਲੈਂਦੇ ਤੇ ਹਰ ਪਰਿਵਾਰ ਦੀ ਮਦਦ ਕਰਦੇ, ਚਾਹੇ ਜਥੇਬੰਦੀ ਵੱਲੋਂ ਕਰਦੇ, ਚਾਹੇ ਉਹ ਸੁਖਤ ਮੋਰਚੇ ਵੱਲੋਂ ਕਰਦੇ, ਚਾਹੇ ਉਹ ਕਿਸੇ ਹੋਰ ਤਰ੍ਹਾਂ ਕਰਦੇ ਜ਼ਰੂਰ ਕਰਦੇ। ਤੇ ਇਹ ਜੇ ਨਹੀਂ ਹੋਈ ਤਾਂ ਬੁਰੀ ਗੱਲ ਹੈ। ਇਹ ਹੁਣ ਤੁਸੀਂ ਜਾ ਕੇ ਕਰੋਗੇ ਜੀ? ਮੈਂ ਬਿਲਕੁਲ ਕਹੂੰਗਾ ਜੀ ਇਹ ਗੱਲ ਨੂੰ। ਮੈਂ ਸੁਖਤ ਮੋਰਚੇ ਜਾਊਂਗਾ ਜਿੱਦਣ ਮੀਟਿੰਗ ਹੋਏਗੀ। ਮੈਂ ਇਹ ਗੱਲ ਨੂੰ, ਕਿਉਂਕਿ ਮੈਨੂੰ ਅੱਜ ਪਤਾ ਲੱਗਿਆ, ਉਹ ਵੀ ਤੁਹਾਤੋਂ ਪਤਾ ਲੱਗਿਆ, ਮਾਫ ਕਰਨਾ, ਮੈਨੂੰ ਪਤਾ ਲੱਗਿਆ, ਔਰ ਇਹ ਗੱਲ ਨੂੰ ਮੈਂ ਜ਼ਰੂਰ ਚੱਕੂੰਗਾ ਔਰ ਇੰਡੀਵਿਜੂਅਲ ਤੌਰ ਤੇ ਚੱਕੂੰਗਾ ਔਰ ਵੱਧ ਤੋਂ ਵੱਧ ਜਿੰਨਾ ਹੋ ਸਕੇ ਮੈਂ ਮਦਦ ਕਰਾਂ। ਬਹੁਤ ਸ਼ੁਕਰੀਆ ਜੀ। ਸੋ ਇਹ ਸੀ ਗੱਗੋਂ ਸਾਹਿਬ, ਤੇ ਇਸ ਦੇ ਨਾਲ ਹੀ ਕੀ ਹਾਲ ਕੁਲਵਿੰਦਰ ਸਿੰਘ ਜੀ? ਵਧੀਆ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਵੇਖਦੇ ਹੋ ਜੋ ਇਹ ਫਿਰ ਸਾਨੂੰ ਟਰੈਕ ਦੇ ਉੱਤੇ ਆਣ ਬੈਠਣਾ ਪਿਆ? ਸਰ, ਇਹਦੇ ਬਾਰੇ ਅਸੀਂ ਕਿਆ ਬੋਲੀਏ? ਜੋ ਸਾਡੇ ਮੋਢੀ ਹੈ, ਜਿਨ੍ਹਾਂ ਦੇ ਨਾਲ ਅਸੀਂ ਚੱਲ ਕੇ ਦਿੱਲੀ ਨੂੰ ਗਏ ਸੀ, ਉਸ ਟਾਈਮ ਕੁਝ ਹੋਰ ਗੱਲਾਂ ਸੀ, ਅੱਜ ਕੁਝ ਹੋਰ ਗੱਲਾਂ ਹੈ। ਤੇ ਜਿਸ ਤਰ੍ਹਾਂ
26 ਤਰੀਕ ਦਾ ਭਾਣਾ ਵਰਤਿਆ, ਉਸ ਟਾਈਮ ਕਹਿ ਦੇਣਾ ਜੀ ਇਹ ਸਾਡੇ ਨਹੀਂ। ਨੌਜਵਾਨਾਂ 'ਚ ਬੜੀ ਨਿਰਾਸ਼ਾ ਆਈ, ਰਾਤ ਨੂੰ ਅਸੀਂ ਵੀ ਉੱਥੀ ਸੀ ਤੇ ਉਹ ਵਾਪਸ ਆਏ। ਉਸ ਤੋਂ ਬਾਅਦ ਚਲੋ ਫੇਰ ਦੁਬਾਰੇ ਹੋਇਆ ਜੋ ਯੂਪੀ 'ਚ ਹੋਇਆ, ਉੱਥੇ ਇਹਨਾਂ ਨੇ ਫੇਰ ਸਾਡੇ ਵਾਲੇ ਕਹਿੰਦੇ ਵੀ ਉੱਥੇ ਸਾਡੀ ਯੂਪੀ ਦੇ ਵਿੱਚ ਸਾਡੀ ਪਹੁੰਚ ਨਹੀਂ ਹੈ। ਜੇ ਉੱਥੇ ਇਹਨਾਂ ਦੀ ਪਹੁੰਚ ਨਹੀਂ ਸੀ ਯੂਪੀ ਦੇ ਵਿੱਚ ਤਾਂ ਉੱਥੇ ਉਹਨਾਂ ਕਿਸਾਨਾਂ ਨੂੰ ਕਹਿੰਦੇ ਵੀ ਤੁਸੀਂ ਬੀਜੇਪੀ ਦਾ ਵਿਰੋਧ ਨਹੀਂ ਕਰਨਾ, ਕਿਉਂਕਿ ਸਾਡਾ ਉਰੇ ਪਕੜ ਨਹੀਂ ਹੈਗੀ। ਉੱਥੇ ਇਹਨਾਂ ਨੂੰ ਜਾਣਾ ਚਾਹੀਦਾ ਸੀ ਸਾਡੇ ਆਗੂਆਂ ਨੂੰ। ਕਿਹੜਾ ਆਗੂ ਗਿਆ ਜੀ ਉੱਥੇ? ਜਿਹੜਾ ਸੰਯੁਕਤ ਮੋਰਚੇ ਦਾ ਆਗੂ ਹੈ ਜੀ, ਕੋਈ ਨਹੀਂ ਗਿਆ ਜੀ ਉੱਥੇ। ਪੁੱਤ ਕਿਹਦੇ ਮਰੇ? ਸਾਡੇ ਭਰਾ ਮਰੇ ਆ, ਗਰੀਬ ਆਮ ਜਨਤਾ ਮਰੀ ਹੈ। ਉੱਥੇ ਇਹਨਾਂ ਨੂੰ ਜਾਣਾ ਚਾਹੀਦਾ ਸੀ, ਉਹ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਸੀ। ਦੂਜੀ ਗੱਲ, ਅੱਜ ਫੇਰ ਕਾਲ ਦੇਤੀ, ਇਹ ਕਾਲ 24 ਘੰਟੇ ਦੀ ਚਾਹੀਦੀ ਸੀ ਜੋ ਇਹ ਕਾਲ ਹੈ। ਅਸੀਂ ਕਹਿ ਰਹੇ ਹਾਂ ਲੋਕ ਮਰਨ ਮਰਾਉਣ ਤੱਕ ਖੜੇ ਆ। ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜੀ ਪਿੰਡਾਂ ਦੇ ਵਿੱਚ। ਹਰੇਕ ਹਫ਼ਤੇ ਬਾਅਦ 10,000 ਰੁਪਏ ਦਿੱਲੀ ਨੂੰ ਲੱਗਦਾ। ਉਹਨਾਂ ਨੂੰ ਕਾਲ ਚਾਹੀਦੀ ਸੀ 24 ਘੰਟੇ ਬਾਅਦ ਟਰੇਕ ਬੰਦ। ਜੇ 24 ਘੰਟੇ ਬਾਅਦ ਨਹੀਂ ਸੁਣਦੇ ਫਿਰ 48 ਘੰਟੇ ਦੀ ਬੰਦ। ਅਸੀਂ ਉਦਣ ਪਿੱਟ ਕੇ ਮਰ ਗਏ ਜਿੱਦਣ ਉਹ ਪੁੱਤ ਮਰੇ ਆ ਉੱਥੇ। ਬਈ ਜੀ ਤੁਸੀਂ ਪੂਰੇ ਹਰਿਆਣੇ ਪੰਜਾਬ ਦੀਆਂ ਸੜਕਾਂ ਬੰਦ ਕਰਨ ਨੂੰ ਕਹੋ, ਅਸੀਂ ਕਰਾਂਗੇ ਬੰਦ, ਸਾਡੇ ਨੌਜਵਾਨ ਵੀਰ ਬੰਦ ਕਰਨਗੇ। ਪਰ ਇਹਨਾਂ ਨੇ ਬਿਆਨ ਕਰ ਦਿੱਤਾ 4 ਘੰਟੇ ਵਾਸਤੇ ਬੰਦ ਕਰ ਦਿਓ ਜੀ। ਉਹ ਜਦੋਂ ਹਿਟਲਰ ਸਰਕਾਰ, ਇੱਕ ਮੋਦੀ ਸਰਕਾਰ, ਅੰਗਰੇਜ਼ਾਂ ਨਾਲੋਂ ਵੀ ਮਾੜੀ ਸਰਕਾਰ ਹੈ। ਇਸ ਤੋਂ ਇਸ ਤਰ੍ਹਾਂ ਨਹੀਂ ਇਹ ਕਾਨੂੰਨ ਵਾਪਸ ਕਰਾ ਹੋਣੇ, ਕਿਉਂਕਿ ਉਹ ਤਾਂ ਅੰਨਾ ਬਹਿਰਾ ਬੈਠਾ ਏ। ਜਦੋਂ ਤੱਕ ਅਸੀਂ ਦਿੱਲੀ 'ਚ ਵੜਨੇ ਨੂੰ ਕਹਿ ਰਹੇ ਹਾਂ, ਦਿੱਲੀ 'ਚ ਵੜ ਕੇ ਕਿਆ ਹੋਊਗਾ? ਬਿਲਕੁਲ ਨਹੀਂ। ਮੈਂ ਨਹੀਂ ਕਹਿੰਦਾ ਦਿੱਲੀ 'ਚ ਵੜੋ, ਦਿੱਲੀ ਨੂੰ ਆਲੇ ਦੁਆਲੇ 'ਤੇ ਬੰਦ ਕਰੋ, ਉਹਦੇ ਫਲ ਫਰੂਟ ਜਾਣਾ ਬੰਦ ਕਰੋ। ਜਦੋਂ ਬੜੇ ਬੜੇ ਘਰਾਣਿਆਂ ਦੀਆਂ ਫੈਕਟਰੀਆਂ, ਜੀਓ ਦੀਆਂ ਹੋਰ ਦੀਆਂ ਬੰਦ ਹੋਣਗੀਆਂ ਤਾਂ ਜਾ ਕੇ ਸਰਕਾਰ ਦੇ ਕੰਨਾਂ ਦੇ ਤੱਕ ਜੂੰ ਸਰਕਣੀ ਹੈ। ਇਸ ਤਰ੍ਹਾਂ ਜਿੰਨਾ ਮਰਜ਼ੀ ਬੈਠੇ ਰਹੋ, 2 ਸਾਲ ਬੈਠੇ ਰਹੋ, ਮੈਂ ਕਹਿੰਦਾ ਲਿਖ ਕੇ ਦਊਂਗਾ 2 ਸਾਲ 'ਚ ਵੀ ਜੇ ਬਿੱਲ ਪਾਸ ਹੋ ਜਾਣ। ਜੇ ਇਸ ਤਰ੍ਹਾਂ ਬੈਠੇ ਰੋਟੀਆਂ ਖਾਈ ਜਾਓ, ਉਹੀ ਗੁਰਦੁਆਰਾ ਸਾਹਿਬ ਦੀਆਂ ਰੋਟੀਆਂ ਲੰਗਰ ਖਾ ਰਹੇ ਆ, ਉਹਨਾਂ ਨਿਹੰਗਾਂ ਸਿੰਘਾਂ ਨੂੰ ਇਹ ਮਾੜਾ ਕਹਿ ਰਹੇ ਆ। ਮੈਨੂੰ ਤਾਂ ਸਮਝ ਨਹੀਂ ਆ ਰਹੀ ਜੀ ਇਹਨਾਂ ਦੀ। ਰਾਜੇਵਾਲ ਸਾਹਿਬ ਕਹਿੰਦੇ, ਡੱਲੇਵਾਲ ਸਾਹਿਬ ਕਹਿੰਦੇ, ਜਾਂ ਮਾਨਸਾ ਜੀ ਕਹਿ ਰਹੇ ਆ ਵੀ ਸਾਡੀਆਂ ਧੁੱਪਾਂ 'ਚ ਦਾੜੀਆਂ ਚਿੱਟੀਆਂ ਨਹੀਂ ਹੋਈਆਂ, ਸਾਡੇ ਕੋਲ ਤਜਰਬੇ ਆ, ਆਪਣੀ ਅਕਲ ਆਪਣੇ ਕੋਲ ਰੱਖੋ ਮਹਾਰਾਜ। ਜਨਾਬ ਜੀ, ਜੇ ਲੋਕ ਨਾਲ ਸੀ ਤਾਂ ਹੀ ਉਹਨਾਂ ਦੇ ਤਜਰਬੇ ਹੋਏ ਆ। ਅੱਜ ਇਕੱਠ ਕਰਕੇ ਦਿਖਾ ਦੇਣ ਉੱਥੇ, ਅੱਜ ਕਹਿ ਦੇਣ, ਕਾਲ ਦੇ ਦੇਣ ਵੀ ਅਸੀਂ ਦਿੱਲੀ 'ਚ ਵੜਨਾ ਹੈ। ਦੇਖਦੇ ਕਿੰਨੇ ਨੌਜਵਾਨ ਜਾਂਦੇ ਆ, ਨਿਹੰਗ ਸਿੰਘ ਕਿੰਨੇ ਖੜਦੇ ਉਹਨਾਂ ਦੇ ਨਾਲ, ਤਾਂ ਪਤਾ ਲੱਗੂਗਾ ਨਾ। ਜਿਹੜੇ ਨੌਜਵਾਨ ਦਾ ਐਕਸੀਡੈਂਟ ਹੋ ਜਾਂਦਾ, ਮੈਂ 5 ਮਹੀਨੇ ਸਟੇਜ ਤੇ ਰਿਹਾ, ਮੈਂ ਪਿੱਟ ਕੇ ਮਰ ਗਿਆ ਜੀ। ਮੁੰਡਾ ਭਾਊਵਾਲ ਦਾ ਐਕਸੀਡੈਂਟ ਹੋ ਗਿਆ, ਉਹਨੂੰ ਪੈਸੇ ਚਾਹੀਦੇ, ਇੱਕ ਦਵਾਨੀ ਨਹੀਂ ਦਿੱਤੀ ਉਹਨਾਂ ਨੇ। ਆਹ ਤੁਹਾਡੇ ਸਾਹਮਣੇ ਤੁਸੀਂ ਉਹ ਪਾਈ ਆ ਜੀ ਵੀਡੀਓ, ਅਸੀਂ ਆਹ ਪੈਸੇ ਇਕੱਠੇ ਕਰੇ ਜੀ ਉਹਨਾਂ ਵਾਸਤੇ। ਆਹ ਦੇਖੋ ਜੀ, ਪਿੰਡ ਪਿੰਡ ਘੁੰਮ ਕੇ ਉਹ ਨੌਜਵਾਨ ਵਾਸਤੇ ਪੈਸੇ ਇਕੱਠੇ ਕਰੇ। ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਅਸੀਂ ਦੇ ਕੇ ਆਉਂਗੇ ਜੀ, ਉਹਦੇ ਨਾਲ ਖੜੇ ਆ ਅਸੀਂ ਉਹਨਾਂ ਵਰਗੇ ਨਹੀਂ ਹੈਗੇ ਵੀ ਲੋਕਾਂ ਦਾ ਕਰੋੜਾਂ ਰੁਪਏ ਇਕੱਠਾ ਕਰਕੇ ਸਾਡੇ ਨੌਜਵਾਨਾਂ ਨਾਲ ਨਹੀਂ ਖੜ ਸਕਦੇ। ਤੁਸੀਂ ਕੋਈ ਅਹੁਦਾ ਤਾਂ ਨਹੀਂ ਸੀ ਭਾਲਦੇ ਉਹਨਾਂ ਤੋਂ? ਬੜੇ ਤੁਸੀਂ ਗਰਮ ਹੋਏ ਪਏ ਜਥੇਬੰਦੀਆਂ ਦੇ ਖਿਲਾਫ। ਸਾਨੂੰ ਕੋਈ ਅਹੁਦਾ ਨਹੀਂ ਚਾਹੀਦਾ ਜੀ। ਅਸੀਂ ਉੱਥੇ ਸੜਕਾਂ ਸਾਫ਼ ਕਰੀਆਂ ਲੋਕਾਂ ਵਾਸਤੇ, ਅਸੀਂ ਉੱਥੇ ਟੀਨਾਂ ਹੇਠ ਤਪੀਆਂ ਲੋਕਾਂ ਵਾਸਤੇ। ਸਾਨੂੰ ਕੋਈ ਅਹੁਦਾ ਨਹੀਂ ਚਾਹੀਦਾ ਜੀ। ਅੱਜ ਵੀ ਅਸੀਂ ਉਹਨਾਂ ਨੂੰ ਜਿੱਥੇ ਸਾਨੂੰ ਕਹੋਗੇ ਝਾੜੂ ਲਾਉਣ ਨੂੰ, ਅਸੀਂ ਉੱਥੇ ਤਿਆਰ ਹਾਂ। ਅਸੀਂ ਗਰਮ ਨਹੀਂ ਹੋਏ ਵੇ। ਅਸੀਂ ਇਸ ਕਰਕੇ ਗਰਮ ਹੈ, ਜਿਵੇਂ 15 ਤਰੀਕ ਨੂੰ ਪਹਿਲਾਂ ਬਿਆਨ ਦੇਤਾ ਮੋਦੀ ਦੇ ਪੁਤਲੇ ਫੂਕੋ, ਰਾਤ ਨੂੰ ਇਹਨੂੰ ਕਿਸੇ ਦੀ ਕੁਰਕੀ ਆ ਗਈ ਬੜੇ ਦੀ। ਉਸ ਤੋਂ ਬਾਅਦ ਇਹ ਕਹਿੰਦੇ ਨਹੀਂ ਜੀ 16 ਨੂੰ ਫੂਕੋ, ਤੇ ਫੂਲ ਸਾਹਿਬ ਕਹਿੰਦੇ 15 ਨੂੰ ਫੂਕੋ। ਫਸ ਗਏ ਕੌਣ? ਅਸੀਂ। ਸਾਨੂੰ ਡੀਐਸਪੀ ਸਾਹਿਬ ਨੇ, ਰੋਪੜ ਵਾਲੇ ਨੇ ਬਾਰ-ਬਾਰ ਰਾਤਾਂ ਨੂੰ ਫੋਨ ਕਰੇ ਆ ਵੀ ਅਸੀਂ ਤੁਹਾਨੂੰ ਐਂ ਕਰ ਦੂੰਗੇ। ਉਹ ਕਹਿੰਦਾ ਤੁਹਾਡੇ ਪਰ ਹਮਲਾ ਹੋ ਜਾਊਗਾ ਇੱਥੇ। ਅਸੀਂ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਨਾ ਆਇਓ ਵਿੱਚ, ਜੋ ਹਮਲਾ ਹੋਊਗਾ ਅਸੀਂ ਆਪ ਹੀ ਨਜਿੱਠ ਲਵਾਂਗੇ। ਇਸ ਕਰਕੇ ਕਾਲ ਤਾਂ ਇਹਨਾਂ ਨੇ ਦਿੱਤੀ ਨਾ, ਅਸੀਂ ਤਾਂ ਨਹੀਂ ਦਿੱਤੀ। ਅਸੀਂ ਤਾਂ ਪਹਿਰਾ ਦੇਣ ਵਾਲੇ ਹਾਂ। ਜੋ ਕਾਲ ਦੇ ਕੇ ਮੁੱਕਰ ਜਾਣਾ, ਉਹ ਕਿਹਦਾ ਕਸੂਰ ਹੈ ਦੱਸੋ ਜੀ? ਆਪਸ 'ਚ ਮਤਲਬ ਕਿ ਇਹਨਾਂ ਦੀ ਗੱਟ ਸੱਟ ਉਹ ਨਹੀਂ ਰਲਦੇ ਨਹੀਂ ਪਏ। ਜਦੋਂ ਮੀਟਿੰਗ ਕਰਦੇ ਆ ਉਸ ਡਿਸੀਜਨ ਤੇ ਖੜਦਾ ਹੀ ਨਹੀਂ। ਲੋਕਾਂ ਸਾਥ ਦੇਣ ਨੂੰ ਤਿਆਰ ਹੈ, ਲੋਕ ਹਰ ਵਕਤ ਜਾਨ ਦੇਣ ਨੂੰ ਤਿਆਰ ਹੈ। ਜਿੱਦਣ ਉੱਥੇ ਮੁੰਡੇ ਮਰੇ 5, ਉਸ ਤੋਂ ਬਾਅਦ ਲੋਕਾਂ 'ਚ ਹੋਰ ਜੋਸ਼ ਆ ਗਿਆ ਸੀ। ਸਾਡੀ ਕੌਮ ਇਹੀ ਜਿਹੀ ਹੈ, ਜੇ 10 ਮਰਦੇ ਆ ਤਾਂ 50 ਆਉਨੇ ਆ, 50 ਮਰਦੇ ਆ 100 ਆਉਨੇ ਆ। ਪਰ ਮੂਰੇ ਆਗੂ ਤਾਂ ਗੱਲਾਂ ਤਾਂ ਇਹ ਕਰਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਗੱਲਾਂ ਤਾਂ ਕਰਦੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਜੇ ਕਹਿਤਾ ਅਸੀਂ ਦਿੱਲੀ ਫਤਿਹ ਕਰਨੀ ਹੈ ਤਾਂ ਕਰੀਏ, ਪਿੱਛੇ ਨਹੀਂ ਮੁੜਿਆ। ਲਾਸ਼ਾਂ ਗਿਰਦੀਆਂ, ਮਰਨਾ ਤਾਂ ਅਸੀਂ ਹੈ। ਇਹਦਾ ਬਿਆਨ ਹੀ ਦੇ ਸਕਦੇ ਵੀ ਬਾਈ ਜੀ ਤੁਸੀਂ KMP ਰੋਡ ਘੇਰ ਲਓ, ਬਸ ਇੰਨਾ ਕਰ ਲਓ। ਜਿੱਦਣ KMP ਰੋਡ ਪਰ ਬੈਠੇ ਸੀ ਅਸੀਂ ਪਿੱਟ ਕੇ ਮਰ ਗਏ ਇਹ 3-4 ਆਗੂਆਂ ਨੂੰ। ਮਹਾਂ ਜੀ ਅੱਜ ਇੱਥੇ ਕਾਲ ਦੇ ਦਿਓ ਵੀ 36 ਘੰਟੇ ਵਾਸਤੇ ਹੈ, 36 ਘੰਟੇ ਬਾਅਦ ਬਿਆਨ ਦੇ ਦਿਓ ਵੀ 48 ਘੰਟੇ ਵਾਸਤੇ ਹੈ। ਦੇਖੀ ਜਾਊਗੀ ਜਿਹੜਾ ਕੁਛ ਹੋਊਗਾ। ਮਰਨਾ ਅਸੀਂ ਬੈਠੇ ਮੂਹਰੇ ਮਰਨੇ ਨੂੰ, ਪਰ ਨਹੀਂ, ਇਹਨਾਂ ਨੇ ਰਾਤ ਨੂੰ ਸਵੇਰੇ 6 ਵਜੇ ਧਰਨਾ ਚੱਕ ਲਿਆ। ਮੇਰੀ ਉੱਥੇ ਖੁਦ ਲੜਾਈ ਹੋਈ ਹੈ ਨਾ ਗੱਲ ਆਗੂਆਂ ਗੱਲ। ਮੈਂ ਕਿਹਾ ਇੱਥੇ ਤਾਂ ਅਸੀਂ ਨਹੀਂ ਉੱਠਣਾ ਹੈਗਾ, ਪਰ ਨਹੀਂ ਜੀ। ਹੁਣ ਅਸੀਂ ਵੀ ਕੀ ਕਰ ਸਕਦੇ? ਅਸੀਂ ਤਾਂ ਇੱਕ ਛੋਟੇ ਨੁਮਾਇੰਦੇ ਹਾਂ, ਪਰ ਇਹਨਾਂ ਦੀ ਕਾਲ ਪਰ ਲੋਕ ਤੁਹਾਡੇ ਛੋਟੇ ਪੱਧਰ ਤੇ ਇਹਨਾਂ ਦੀਆਂ ਮੀਟਿੰਗਾਂ ਨਹੀਂ ਹੋ ਰਹੀਆਂ ਕੀ? ਜਥੇਬੰਦੀਆਂ ਦੇ ਲੀਡਰਾਂ ਨੂੰ ਫਿਰ ਮਤਲਬ ਕਿ ਨੌਜਵਾਨਾਂ ਦੀ ਵੀ ਗੱਲ ਸੁਣਨੀ ਚਾਹੀਦੀ। ਇੱਕ ਪਾਸੇ ਇਹ ਕਹਿੰਦੇ ਵੀ ਸਰਕਾਰ ਸੁਣਦੀ ਨਹੀਂ, ਡਿਕਟੇਟਰ ਹੈ, ਫਿਰ ਲੀਡਰਾਂ ਨੂੰ ਤਾਂ ਆਪਣੇ ਕਿਸਾਨਾਂ ਦੀ ਸੁਣਨੀ ਚਾਹੀਦੀ, ਪਰ ਉਹ ਵੀ ਡਿਕਟੇਟਰਸ਼ਿਪ ਕਰਦੇ ਪਏ। ਬਿਲਕੁਲ ਸੁਣਨੀ ਚਾਹੀਦੀ ਹੈ ਜੀ। ਜਿਸ ਦਿਨ 26 ਤਰੀਕ ਨੂੰ ਜਿੱਦਣ ਰਾਜ ਭਵਨ ਮੰਗ ਪੱਤਰ ਦੇਣਾ ਸੀ ਚੰਡੀਗੜ੍ਹ, ਮੈਂ ਸਿਰਸਾ ਬਲਦੇਵ ਸਿੰਘ ਸਿਰਸਾ ਨੂੰ ਉੱਥੇ ਪੁੱਛਿਆ, ਮਹਾ ਸਿਰਸਾ ਸਾਹਿਬ ਕਿਆ ਸਟੈਂਡ ਹੈ ਤੁਹਾਡਾ ਹੁਣ ਅੱਗੇ? ਕਿਉਂਕਿ
ਭਾਸ਼ਣ ਦੇਣਾ ਇੱਕ ਵੱਖਰੀ ਗੱਲ ਹੈ, ਇੱਕ ਗਰਾਊਂਡ ਤੇ ਤੁਰਨਾ ਵੱਖਰੀ ਗੱਲ ਹੈ। ਕਹਿੰਦੇ ਰਾਜਪਾਲ ਜਾਣਾ, ਸਾਡੇ ਨੌਜਵਾਨ 250-300 ਮੁੰਡਾ ਸੀ ਸਿੱਧਾ ਰਾਜਪਾਲ ਭਵਨ ਦੇ ਕੋਲ ਪਹੁੰਚ ਗਏ ਸੀ। ਉਸ ਟਾਈਮ ਸਾਨੂੰ ਪਤਾ ਲੱਗਿਆ ਵੀ ਉਹ ਮੰਗ ਪੱਤਰ ਦਾ ਪਿੱਛੇ ਦੇ ਕੇ ਰਾਜੇਵਾਲ ਸਾਹਿਬ ਭੱਜ ਗਏ। ਫਿਰ ਅਸੀਂ ਕੀ ਕਰਦੇ, ਉੱਥੇ ਪਰਚੇ ਸਾਡੇ ਪਰ ਹੋਣੇ ਤੇ ਨਾ, ਜਦੋਂ ਪਰਚੇ ਹੋ ਜਾਂਦੇ ਆ, ਜਿਸ ਤਰ੍ਹਾਂ ਚੰਡੀਗੜ੍ਹ ਪਰਚੇ ਹੋ ਗਏ ਸੀ, ਬੀਜੇਪੀ ਨੂੰ ਕਾਲ ਤਾਂ ਇਹਨਾਂ ਨੇ ਲੀਡਰਾਂ ਨੇ ਦਿੱਤੀ ਵੀ ਘੇਰੋ। ਜਦੋਂ ਚੰਡੀਗੜ੍ਹ ਸਾਡੇ ਨੌਜਵਾਨਾਂ ਦੇ ਪਰਚੇ ਹੋਏ ਤੇ ਉਹਨਾਂ ਦੀਆਂ ਮਾਵਾਂ ਸਾਡੇ ਕੋਲ ਆਈਆਂ, ਕਹਿੰਦੀ ਪੁੱਤ ਸਾਡੇ ਨੌਜਵਾਨਾਂ ਦੇ ਪਰਚੇ ਹੋ ਗਏ। ਮਹਾਂ ਜੀ ਤੁਹਾਡੇ ਨਾਲ ਖੜੇ ਆ। ਅਸੀਂ ਉੱਥੇ ਪਹੁੰਚ ਕੇ ਜਦੇ ਕਾਲ ਦੇਤੀ ਵੀ ਸਵੇਰੇ ਚੰਡੀਗੜ੍ਹ ਦੇ 2 ਰੋਡ ਬੰਦ, ਤੇ ਰਾਤ ਨੂੰ ਸਾਡੇ ਉੱਥੇ ਸੰਯੁਕਤ ਮੋਰਚੇ ਦੇ ਲੀਡਰ ਵੀਡੀਓ ਪਾ ਦਿੰਦੇ ਆ ਵੀ ਨਹੀਂ ਜੀ ਨਹੀਂ, ਸਾਡੇ ਨਾਲ ਕੋਈ ਸੰਬੰਧ ਨਹੀਂ। ਉਹ ਮੁੰਡਿਆਂ ਦੇ ਪਰਚੇ ਸਟੈਂਡ ਰਹਿ ਗਏ। ਇੱਥੇ ਚੰਨੀ ਸਾਹਿਬ ਦਾ ਵਿਰੋਧ ਕਰਿਆ ਸੀ ਜਦੋਂ ਸਿੱਧੂ ਸਾਹਿਬ ਆਏ ਸੀ, ਅਸੀਂ ਪਰਚੇ ਰੱਦ ਕਰਵਾਏ। ਆਪਣਾ ਸਮਰਾਲੇ ਪਰਚੇ ਹੋਏ, ਜਦੋਂ ਸੁਖਬੀਰ ਬਾਦਲ ਘੇਰਿਆ ਉਹ ਪਰਚੇ ਰੱਦ ਹੋਏ। ਜੇ ਸਾਡਾ ਏਕਾ ਸੀ ਤਾਂ ਪਰਚੇ ਰੱਦ ਹੋਏ। ਚੰਡੀਗੜ੍ਹ ਵਾਂਗ ਪਰਚੇ ਸਟੈਂਡ ਨਹੀਂ ਹੋਏ। ਜਿਹੜੇ ਪੁੱਤਾਂ ਦੇ ਪਰਚੇ ਹੈਗੇ ਆ ਨਾ, ਉਹਨਾਂ ਨੂੰ ਪੁੱਛਿਓ ਜਾ ਕੇ ਸਰ। ਤੁਸੀਂ ਭਾਰਤੀ ਕਿਸਾਨ ਯੂਨੀਅਨ ਖੋਸਾ ਤੋਂ ਪਹਿਲਾਂ ਅਸੀਂ ਕਿਸੇ ਹੋਰ ਯੂਨੀਅਨ ਨਾਲ ਸੀ, ਉਸ ਦਿਨ ਅਸੀਂ ਉਹ ਯੂਨੀਅਨ ਛੱਡਤੀ ਜਦੋਂ ਸਾਡੇ ਨੌਜਵਾਨਾਂ ਦੇ ਨਾਲ ਨਹੀਂ ਖੜੇ। ਜੇ ਸਾਡੇ ਮਗਰ ਨੌਜਵਾਨ ਹੈ ਤਾਂ ਅਸੀਂ ਯੂਨੀਅਨ ਹੈ, ਤਾਂ ਅਸੀਂ ਕਿਤੇ ਕਿਸੇ ਅਫਸਰ ਨੂੰ ਦੱਬ ਕੇ ਗੱਲ ਕਰ ਸਕਦੇ। ਜੇ ਸਾਡੇ ਪਿੱਛੇ ਹੀ ਨਹੀਂ ਕੋਈ, ਅਸੀਂ ਕਿਹੜੀ ਯੂਨੀਅਨ ਹੈ ਹੁਣ ਅਸੀਂ ਭਾਰਤੀ ਕਿਸਾਨ ਯੂਨੀਅਨ ਖੋਸਾ ਨਾਲ ਜੁੜੇ ਹਾਂ ਜੀ। ਕਾਦੀਆਂ ਚੋਂ ਵੱਖ ਹੋਈ ਹੈ। ਤੁਸੀਂ ਜ਼ਿਲ੍ਹਾ ਪ੍ਰਧਾਨ ਹੋ? ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ। ਕਿਤੇ ਹੁਣ ਤੁਸੀਂ ਇਹ ਗੱਲਾਂ ਕਰਕੇ, ਕਿਉਂਕਿ ਉਹ ਕਹਿੰਦੇ ਆ ਵੀ ਜਿਹੜੇ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਜਾ ਰਹੇ ਨੇ ਵੀ ਉਹਨਾਂ ਨੇ ਠੀਕ ਕੀਤਾ, ਇਹ ਕਰ ਰਹੇ, ਉਹ ਮੋਰਚੇ ਨੂੰ ਢਾਹ ਲਾ ਰਹੇ ਨੇ, ਤੇ ਤੁਸੀਂ ਢਾਹ ਲਾ ਰਹੇ ਹੋ ਫਿਰ ਮੋਰਚੇ ਨੂੰ ਆਪਣੀ ਜਥੇਬੰਦੀ ਵੱਲੋਂ? ਬਿਲਕੁਲ ਨਹੀਂ ਢਾਹ ਲਾ ਰਹੇ ਜੀ। ਉਸੇ ਟਾਈਮ ਸਾਡੇ ਆਗੂ ਨੂੰ ਚਾਹੀਦਾ ਸੀ ਬਿਆਨ ਦਿੰਦੇ ਵੀ ਜੇ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਬਰਗਾੜੀ ਵੇਲੇ ਮਿਲ ਜਾਂਦਾ, ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਸਾਨੂੰ ਕਤਲਗੜ੍ਹ ਸਾਹਿਬ ਮਿਲ ਜਾਂਦਾ, ਤਾਂ ਅੱਜ ਇਹ ਦਿਨ ਆ। ਅਨੰਦਪੁਰ ਸਾਹਿਬ ਮਿਲ ਜਾਂਦਾ, ਕੇਸਗੜ੍ਹ ਸਾਹਿਬ ਮਿਲ ਜਾਂਦਾ, ਤਾਂ ਅੱਜ ਇਹ ਦਿਨ ਆਉਂਦਾ। ਅੱਜ ਸਾਡੇ ਕਈ ਆਗੂ ਕਹਿੰਦੇ ਡੈਮੋਕ੍ਰੇਸੀ ਹੈ ਜੀ। ਡੈਮੋਕ੍ਰੇਸੀ ਕਿੱਥੇ ਹੈ? ਦਿਖਾਓ ਮੈਨੂੰ। 84 ਦਾ ਸਾਨੂੰ ਇਨਸਾਫ ਮਿਲ ਗਿਆ, 92-93 ਸਾਡੇ ਇੰਨੇ ਪੁੱਤ ਮਰੇ, ਉਹਨਾਂ ਦਾ ਇਨਸਾਫ ਮਿਲ ਗਿਆ। ਮੇਰੇ ਪਿੰਡ ਦਾ ਮੁੰਡਾ ਚੱਕ ਕੇ ਮੋਟਰਸਾਈਕਲਾਂ ਦਾ ਕੰਮ ਕਰਦਾ ਸੀ, ਮਾਰਦਾ ਸੀ 92 'ਚ, ਉਹਦੇ ਬੱਚੇ ਅਸੀਂ ਬਿਲਕ ਕੇ ਪੜ੍ਹਦੇ ਦੇਖੇ। ਇਹਨਾਂ ਨੇ ਦੇਖਿਆ ਉਹ ਆ ਕੇ ਕਿਸੇ ਨੇ। ਉਸ ਤੋਂ ਬਾਅਦ ਜੇ ਇਨਸਾਫ ਮਿਲਣਾ ਤਾਂ ਬਰਗਾੜੀ ਦਾ ਸਾਨੂੰ ਇਨਸਾਫ ਮਿਲ ਗਿਆ। ਦੱਸੋ ਸਹੀ ਕਿੱਥੇ ਹੈ ਡੈਮੋਕ੍ਰੇਸੀ? ਅੱਜ ਮੈਨੂੰ ਇੱਥੇ ਚੱਕ ਕੇ ਕੋਈ ਮਾਰ ਦੇਵੇ, ਮੈਨੂੰ ਇਨਸਾਫ ਮਿਲ ਜੂਗਾ? ਕੋਈ ਡੈਮੋਕ੍ਰੇਸੀ ਨਹੀਂ ਹੈਗੀ ਇੱਥੇ, ਕੋਈ ਡੈਮੋਕ੍ਰੇਸੀ ਨਹੀਂ, ਗੁੰਡਾ ਰਾਜ ਹੈ। ਡੈਮੋਕ੍ਰੇਸੀ ਹੁੰਦੀ ਫਿਰ ਅੱਜ ਤੁਸੀਂ ਵੀ ਇੱਥੇ ਸੜਕਾਂ ਤੇ ਨਾ ਬੈਠਦੇ, ਕਿਸਾਨ ਵੀ, ਤੇ ਉਹੀ ਕਿਸਾਨ ਜਿਹੜੇ 1 ਸਾਲ ਤੋਂ ਵੱਧ ਤੋਂ ਸੜਕਾਂ ਤੇ ਬੈਠੇ, ਉਹੀ ਕਹੀ ਜਾਂਦੇ ਡੈਮੋਕ੍ਰੇਸੀ ਦਾ ਰਾਜ। ਮੈਂ ਆਪ ਉਹੀ ਕਹਿ ਰਿਹਾ, ਜੇ ਡੈਮੋਕ੍ਰੇਸੀ ਹੁੰਦੀ, ਜਿੱਦਣ ਪਹਿਲਾਂ ਪੂਰੇ 2 ਮਹੀਨੇ ਅਸੀਂ ਲਾਈਨਾਂ ਰੋਕ ਰੱਖੀਆਂ, ਜਦੇ ਸਾਨੂੰ ਇਨਸਾਫ ਮਿਲ ਜਾਣਾ ਸੀ ਵੀ ਭਾਈ ਇਹ ਸਾਡੇ ਹੈ, ਸਾਡੇ ਇੰਡੀਆ ਦੇ ਬਾਸਨੀਕ ਹੈ, ਇਹਨਾਂ ਦੀ ਗੱਲ ਸੁਣੀਏ। ਪਰ ਉਹ ਸਾਨੂੰ ਤਾਂ ਆਪਣੇ ਬਾਸਨੀਕ ਸਮਝਦਾ ਹੀ ਨਹੀਂ। ਸਾਨੂੰ ਆ ਤਾਂ ਪਾਕਿਸਤਾਨੀ ਕਹਿੰਦੇ ਆ, ਖਾਲਿਸਤਾਨੀ ਕਹਿੰਦੇ ਆ। ਪਰ ਜੇ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਫਿਰ ਸਾਨੂੰ ਕਹਿੰਦੇ ਅੱਤਵਾਦੀ ਹੈ। ਕਿਸੇ ਸਟੈਂਡ ਤੇ ਤਾਂ ਰਹੋ ਨਾ, ਜਾਂ ਤਾਂ ਸਾਨੂੰ ਕਹੋ ਵੀ ਭਾਈ ਤੁਸੀਂ ਪਾਕਿਸਤਾਨੀ ਹੈ, ਜਾਂ ਕਹੋ ਤੁਸੀਂ ਸਾਨੂੰ ਖਾਲਿਸਤਾਨੀ ਹੈ। ਇੱਕ ਸਟੈਂਡ ਤੇ ਤਾਂ ਰਹੋ ਨਾ। ਜਦੋਂ ਅਸੀਂ ਕਹਿੰਦੇ ਭਾਈ ਜੇ ਕੋਈ ਸਾਡੇ ਚੋਂ ਕੋਈ ਵੀਰ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਤਾਂ ਗੋਲੀ ਮਾਰੋ, ਇਹ ਤਾਂ ਦੇਸ਼ ਨੂੰ ਤੋੜਨੇ ਦੀ ਗੱਲ ਕਰਦਾ। ਤੋੜਨੇ ਦੀ ਗੱਲ ਅਸੀਂ ਨਹੀਂ ਕਰਦੇ। ਜਦੋਂ ਇਹਨਾਂ ਦਾ ਕੋਈ ਹਿੰਦੂ ਰਾਸ਼ਟਰ ਉੱਠਦਾ ਏ, ਉਹਨੇ ਇੱਕ ਦਿੱਲੀ ਦਾ ਯੂਪੀ ਦਾ ਏ, ਉਹਨੇ ਬਿਆਨ ਦੇ ਦਿੱਤਾ ਵੀ ਜੇ 24 ਘੰਟੇ ਦੇ ਵਿੱਚ ਹਿੰਦੂ ਰਾਸ਼ਟਰ ਨਹੀਂ ਬਣਿਆ, ਮੈਂ ਗੰਗਾ 'ਚ ਡੁੱਬ ਕੇ ਮਰ ਜਾਊਂਗਾ। ਉਹਦੇ ਕੋਈ ਪਰਚਾ ਹੋਇਆ? ਉਹਦੇ ਪਰ ਉਸੇ ਟਾਈਮ ਪਰਚਾ ਹੋ ਕੇ ਉਹਨੂੰ ਜੇਲ੍ਹ 'ਚ ਸੁੱਟ ਦੇ ਕਿ ਗਾਹਾਂ ਨੂੰ ਕੋਈ ਡੈਮੋਕ੍ਰੇਸੀ ਸਾਡੀ ਤੋੜ ਦੇਣਾ। ਮੇਰੇ ਵਰਗਾ ਕੋਈ ਮਾੜੀ ਖਾਲਿਸਤਾਨ ਦੀ ਗੱਲ ਕਰਦੇ 20 ਪਰਚੇ ਪਾ ਕੇ ਉਹਨੂੰ ਜੇਲ੍ਹ 'ਚ ਠੋਕ ਦਿੰਦੇ। ਪਹਿਲਾਂ ਉੱਥੇ ਸੰਭੂ ਬਾਰਡਰ ਤੇ ਮੁੰਡਾ ਚੱਕਿਆ ਨਹੀਂ ਇਹਨਾਂ ਨੇ, ਉਹਨੇ ਕੋਈ ਮਾੜੀ ਗੱਲ ਤਾਂ ਨਹੀਂ ਕਰੀ, ਥੋੜਾ ਜਿਹਾ ਨਾਰਾ ਕਿਹਾ ਲਾਤ, ਇਹਨਾਂ ਨੇ ਪਰਚੇ ਠੋਕਤੇ ਉਹਦੇ ਪਰ। ਕੱਲ੍ਹ ਨੂੰ ਹੋ ਸਕਦਾ ਸਾਡੇ ਪਰ ਵੀ ਠੋਕ ਦੇਣ। ਪਰ ਅਸੀਂ ਡੈਮੋਕ੍ਰੇਸੀ ਦੀ ਗੱਲ ਤਾਂ ਵਿਸ਼ਵਾਸ ਉੱਠਦਾ ਜਦੋਂ ਸਾਨੂੰ ਵਿਸ਼ਵਾਸ ਨਹੀਂ ਮਿਲਦਾ। ਘੱਟ ਗਿਣਤੀਆਂ ਨੂੰ ਇੱਥੇ ਕੋਈ ਇਨਸਾਫ ਨਹੀਂ, ਉਹ ਸਭ ਨੂੰ ਦੁਨੀਆ ਨੂੰ ਪਤਾ ਹੈ। ਪਰ ਕਰੀਏ ਕਿਆ, ਹਜਾ ਸਾਡੀ ਕੋਈ ਪੇਸ਼ ਨਹੀਂ ਚੱਲ ਰਹੀ ਇਹ ਸਰਕਾਰਾਂ ਦੇ ਖਿਲਾਫ। ਸੋ ਕੁਲਵੰਤ ਸੈਣੀ ਜੀ, ਕਿਵੇਂ ਵੇਖਦੇ ਹੋ ਤੁਸੀਂ ਬੀਤੇ ਸਮੇਂ ਦੌਰਾਨ ਹੋਈਆਂ ਘਟਨਾਵਾਂ ਨੂੰ? ਜਿਹੜੀਆਂ ਘਟਨਾਵਾਂ ਹੋ ਰਹੀਆਂ ਟਾਈਮ ਨਾਲ, ਇਹ ਸਾਰੀਆਂ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਵਾਲੀਆਂ ਹੋ ਰਹੀਆਂ। ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 1 ਸਾਲ ਤੋਂ ਉੱਪਰ ਹੋ ਚੱਲਿਆ, 1 ਸਾਲ ਦੇ ਲਗਭਗ ਹੋ ਚੁੱਕਿਆ ਹੈ ਨਾ ਕਿਸਾਨੀ ਸੰਘਰਸ਼ ਚੱਲ ਰਿਹਾ। ਇਹਨਾਂ ਨੇ ਆਪਣੇ ਹਰੇਕ ਹੱਥ ਕੰਡੇ ਅਪਣਾ ਕੇ ਦੇਖ ਲਿਆ ਵੀ ਮੋਰਚਾ ਚੁੱਕਿਆ ਜਾਵੇ। ਪਰ ਜਦੋਂ ਹੁਣ ਇਹ ਦੇਖਦੇ ਆ ਕਿ ਭਾਰਤ ਦਾ ਹਿੰਦੂ, ਮੁਸਲਿਮ, ਸਿੱਖ, ਈਸਾਈ ਜੋ ਵੀ ਆਪਣੇ ਧਰਮ ਮੰਨਦਾ, ਉਹ ਸਾਰੇ ਸੰਯੁਕਤ ਮੋਰਚੇ ਨੇ ਇੱਕ ਥਾਂ ਇਕੱਠੇ ਕਰ ਦਿੱਤੇ ਆ। ਜਦੋਂ ਸਰਕਾਰਾਂ ਇਹ ਚੀਜ਼ ਦੇਖ ਰਹੀਆਂ ਤਾਂ ਸਰਕਾਰਾਂ ਵੀ ਬੁਖਲਾਹਟ 'ਚ ਆਈਆਂ ਹੋਈਆਂ। ਕਈ ਤਾਂ ਕਹਿੰਦੇ ਨੇ ਵੀ ਇੰਨਾ ਲੰਬਾ ਸੰਘਰਸ਼ ਚੱਲ ਗਿਆ, ਆਪਾਂ ਨੇ ਕੀ ਖੱਟਿਆ। ਪਰ ਜਿਹੜਾ ਆਪਾਂ ਨੇ ਏਕਾ ਕਰ ਦਿੱਤਾ, ਸਾਰੇ ਧਰਮਾਂ ਨੂੰ ਇੱਕ ਥਾਂ ਇਕੱਠੇ ਕਰਕੇ ਰੱਖਿਆ ਹੋਇਆ, ਹੁਣ ਤੱਕ ਵੀ ਚੱਲ ਰਿਹਾ, ਇਹ ਇਸੇ ਬੁਖਲਾਹਟ ਦੇ ਵਿੱਚ ਆ ਕੇ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੇ ਆ। ਔਰ ਜਿਹੜੇ ਪਿਛਲੀਆਂ ਘਟਨਾਵਾਂ ਹੋਈਆਂ, ਇਹ ਸਰਕਾਰਾਂ ਦੀਆਂ ਸਾਜ਼ਿਸ਼ਾਂ ਹੈ ਵੀ ਅੰਦੋਲਨ ਨੂੰ ਫੇਲ ਕਰ ਦੇਣ। ਪਰ ਲੋਕ ਜਿਹੜੇ ਆ ਬਹੁਤ ਜਾਗਰੂਕ ਹੋ ਚੁੱਕੇ, ਇਹਨਾਂ ਚਾਲਾਂ ਤੋਂ ਸਮਝ ਚੁੱਕੇ ਆ। ਔਰ ਜਿਹੜੀ ਹੁਣ ਪਿੱਛੇ ਜੇ ਸਿੰਘੂ ਬਾਰਡਰ 'ਤੇ ਘਟਨਾ ਹੋਈ ਹੈ, ਉਹ ਵੀ ਇੱਕ ਸਾਜ਼ਿਸ਼ ਦੇ ਤਹਿਤ ਹੋਈ ਹੈ। ਕਿਉਂਕਿ ਜਿਹੜੇ ਵੀਰ ਨੇ ਉੱਥੇ ਜਾ ਕੇ ਇਹ ਬੇਅਦਬੀ ਦੀ ਘਟਨਾ ਘਟਾਈ ਆ, ਇਹ
ਘਰ ਤੋਂ ਬਹੁਤ ਗਰੀਬ ਆ ਔਰ ਪਿੰਡ ਵਾਲੇ ਦੱਸਦੇ ਆ ਵੀ ਇਹ ਤਾਂ ਅੰਮ੍ਰਿਤਸਰ ਤੱਕ ਨਹੀਂ ਜਾ ਸਕਦਾ, ਪਰ ਇਹ ਦਿੱਲੀ ਕਿਵੇਂ ਪਹੁੰਚ ਗਿਆ ਇਹ ਵੀ ਸੋਚਣ, ਕਿਉਂਕਿ ਇਸ ਵਾਸਤੇ ਬਹੁਤ ਹੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਇਸ ਗੱਲ ਦੀ। ਤੁਸੀਂ ਵੀ ਗੱਲ ਕਹੀ ਵੀ ਇਸ ਗੱਲ ਦੀ ਜਿਹੜੀ ਹੈ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ, ਪਰ ਹੁਣ ਜਿਹੜੀ ਕਿਸਾਨਾਂ ਨੇ ਇੱਕ ਕਹਿ ਦਿੱਤਾ ਵੀ ਇਹ ਨਿਹੰਗ ਸਿੰਘਾਂ ਦੇ ਨਾਲ ਕੋਈ ਸਾਡਾ ਲੈਣ ਦੇਣ ਨਹੀਂ ਹੈਗਾ, ਉਹਦੇ ਨਾਲ ਤਾਂ ਕਾਮਰੇਡ ਵਰਸਸ ਪੰਥਕ ਵਗੈਰਾ ਇਹ ਚੀਜ਼ਾਂ ਚੱਲਣ ਲੱਗੀਆਂ। ਸਰਕਾਰ ਤਾਂ ਚਾਹੁੰਦੀ ਸੀ ਵੀ ਇਹਨਾਂ 'ਚ ਫੁੱਟ ਪਾ ਦਈਏ ਤੇ ਉਹ ਫੁੱਟ ਪੈਂਦੀ ਨਜ਼ਰ ਆ ਰਹੀ ਹੈ, ਤਾਂ ਕਿਸਾਨਾਂ ਦੇ ਉਸ ਸਟੈਂਡ ਨੂੰ ਕਿਵੇਂ ਵੇਖਦੇ ਤੁਸੀਂ ਫਿਰ? ਦੇਖੋ ਉਹ ਕਿਸਾਨਾਂ ਨੇ ਇਹ ਗੱਲ ਕਹੀ ਆ, ਉਹ ਕਿਸਾਨਾਂ ਨੇ ਇਹ ਨਹੀਂ ਕਿਹਾ ਕਿ ਵੀ ਅਸੀਂ ਸਿੱਖ ਨਹੀਂ ਹੈਗੇ, ਉਹਨਾਂ ਨੇ ਕਿਹਾ ਵੀ ਨਿਹੰਗ ਸਿੰਘਾਂ ਨਾਲ ਸਾਡਾ ਕੋਈ ਉਹ ਸੰਬੰਧ ਨਹੀਂ, ਇੱਥੋਂ ਚੱਲ ਜਾਣੇ। ਨਹੀਂ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਉੱਥੇ ਘਟਨਾ ਹੋਈ ਆ ਉਹਦਾ ਕਿਸਾਨ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈਗਾ। ਰਾਜੇਵਾਲ ਸਾਹਿਬ ਨੇ ਕਿਹਾ ਵੀ ਪਹਿਲਾਂ ਵੀ ਬਹੁਤ ਵਾਰ ਇਹਨਾਂ ਨੇ ਗੁੱਟ ਲਾ ਲਿਆ, ਅਸੀਂ ਇਹਨਾਂ ਨੂੰ ਬਹੁਤ ਵਾਰ ਕਹਿ ਲਿਆ ਵੀ ਇੱਥੋਂ ਚੱਲ ਜਾਓ, ਇਹ ਜਾਂਦੇ ਨਹੀਂ। ਦੇਖੋ ਮੈਂ ਉਹਨਾਂ ਦੀ ਉਹ ਸਪੀਚ ਸੁਣੀ ਨਹੀਂ ਹੈਗੀ, ਕਿਉਂਕਿ ਉਹ ਮੈਂ ਦੱਸ ਦਿੰਦਾ ਤੁਹਾਨੂੰ ਇਹ ਕਿਹਾ ਜੀ, ਫਿਰ ਤੁਸੀਂ ਕੀ ਕਹਿੰਦੇ ਹੋ? ਨਹੀਂ ਉਹਨਾਂ ਬਾਰੇ ਤਾਂ ਕੋਈ ਗੱਲਬਾਤ ਸੁਣੀ ਨਹੀਂ ਹੈ ਸੀ। ਰਾਜੇਵਾਲ ਸਾਹਿਬ ਨੇ ਕਹੀ ਹੈ ਜੀ ਗੱਲ, ਮੈਂ ਤੁਸੀਂ ਫਿਰ ਤੁਹਾਨੂੰ ਕੱਢ ਕੇ ਦਿਖਾ ਦਿੰਦੇ ਨਹੀਂ ਫਿਰ ਸਾਨੂੰ ਕਿਤੇ ਲਿਖਿਆ ਵਾ ਦਿਖਾਓ, ਕਿੱਥੇ ਲਿਖਿਆ ਦਿਖਾਓ ਰਾਜੇਵਾਲ ਸਾਹਿਬ। ਦਿਖਾ ਦਿਓ। ਰਾਜੇਵਾਲ ਹੈ ਮੈਂ ਦਿਖਾ ਦਿੰਦਾ ਕੋਈ ਨਾ, ਇਹ ਤੋਂ ਬਾਅਦ ਮੈਂ ਤੁਸੀਂ ਐਂ ਕਹਿੰਦੇ ਨਾ, ਮੈਂ ਤੁਹਾਡੀ ਰਾਜੇਵਾਲ ਸਾਹਿਬ ਦੀ ਉਹ ਗੱਲ ਇਹਦੇ ਵਿੱਚ ਲਾ ਦਾਂਗਾ, ਤੁਹਾਡੀ ਇੰਟਰਵਿਊ ਵਿੱਚ ਲਾ ਦਾਂਗਾ। ਉਹ ਨਹੀਂ ਐਦਾਂ ਨਾ, ਇਹ ਮਹਾਰਾਜ ਮੈਂ ਵੀ ਕੋਈ ਜੇ ਮੇਰੇ ਕੋਲ ਸਬੂਤ ਆ ਮੈਂ ਤਾਂ ਤੁਹਾਨੂੰ ਸਵਾਲ ਕਰ ਰਿਹਾ ਨਾ। ਇਹ ਵੀ ਕਮੇਟੀ ਬਣੀ ਮੈਂ ਬਾਏ ਉਹ ਸਰ ਬਾਏ ਨੇਮ ਕਹਿ ਰਿਹਾ ਰਾਜੇਵਾਲ ਸਾਹਿਬ, ਮੇਰੇ ਤੇ ਫਿਰ ਮਾਣਹਾਨੀ ਕਰ ਦੇਣ ਰਾਜੇਵਾਲ ਸਾਹਿਬ ਵੀ ਅਸੀਂ ਨਹੀਂ ਕਿਹਾ। ਮੈਂ ਕਹਿੰਦਾ ਜੀ ਰਾਜੇਵਾਲ ਸਾਹਿਬ ਨੇ ਕਿਹਾ ਇਹ ਇਹਨਾਂ ਨਿਹੰਗਾਂ ਨੇ ਪਹਿਲਾਂ ਵੀ ਕਈਆਂ ਦੇ ਗੁੱਟ ਲਾ ਲਏ ਤੇ ਅਸੀਂ ਇਹਨਾਂ ਨੂੰ ਬਹੁਤ ਵਾਰ ਕਿਹਾ ਇੱਥੋਂ ਚੱਲ ਜਾਓ, ਜਾਂਦੇ ਨਹੀਂ। ਦੱਸੋ ਹੁਣ ਫਿਰ ਕੀ ਆ ਤੁਹਾਡਾ ਸਟੈਂਡ? ਨਹੀਂ ਹੁੰਦਾ ਜੀ ਸਰ ਕੀ ਕਹਿੰਦੇ ਹੋ ਜੀ? ਦੇਖੋ ਜਿਹੜਾ ਨਾ ਇਹ ਆ ਇਹਨੂੰ ਦੋ ਪਹਿਲੂ ਆ, ਇਹਦੇ ਦੋ ਪਹਿਲੂ ਆ ਜੀ। ਇੱਕ ਜਿਹੜਾ ਮਸਲਾ ਜਿਹੜਾ ਉੱਥੇ ਹੋਇਆ ਇਹ ਬੇਅਦਬੀ ਦਾ ਮਸਲਾ ਹੋਇਆ ਹੈ ਨਾ, ਉਹ ਆਪਣੇ ਸਿੱਖ ਧਰਮ ਨਾਲ ਰਿਲੇਟਡ ਆ। ਪਰ ਜਿਹੜਾ ਕਿਸਾਨ ਮੋਰਚਾ ਇਹ ਇੱਕ ਜੋ ਆਪਣੇ ਭਾਰਤ ਜਿੰਨੇ ਵੀ ਆਪਣੇ ਧਾਰਮਿਕ ਹੈਗੇ ਆ ਕੈਟਾਗਰੀਆਂ ਹੈਗੀਆਂ ਉਹਨਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਉਹ ਸਜਿਆ ਹੋਇਆ ਹੈ ਨਾ। ਤੋ ਜਿਹੜਾ ਆਪਾਂ ਦੇਖਦੇ ਆ ਕਿ ਆਪਾਂ ਇਹਨੂੰ ਜੇ ਆਪਾਂ ਸਿੱਖ ਨਜ਼ਰੀਏ ਨਾਲ ਦੇਖੀਏ ਤਾਂ ਜੋ ਹੋਣਾ ਚਾਹੀਦਾ ਸੀ, ਕਿਉਂਕਿ ਇਹ ਉਹ ਜਵਾਲਾਮੁਖੀ ਸਿੱਖ ਹੈਗੇ ਬਾਈ ਜੀ। ਮੈਂ ਤੁਹਾਨੂੰ ਦੱਸ ਰਿਹਾ ਬਈ ਜਿਹੜੇ ਇਹ ਘਟਨਾ ਹੋਈ ਹੈ ਇਹ ਉਸ ਜਵਾਲਾਮੁਖੀ ਦੀ ਇੱਕ ਚਿੰਗਿਆੜੀ ਸੀ ਜਿਹੜੀ 2015 ਤੋਂ ਲਗਾਤਾਰ ਸੁਲਝਦੀ ਜਾ ਰਹੀ ਸੀ ਔਰ ਇਹਨਾਂ ਸਰਕਾਰਾਂ ਨੇ ਇਹ ਮਸਲੇ ਨੂੰ ਹੱਲ ਨਹੀਂ ਕੀਤਾ। 2015 ਤੋਂ 2015 ਤੋਂ ਬਾਅਦ ਲਗਾਤਾਰ 2015 ਤੋਂ ਬਾਅਦ ਲਗਾਤਾਰ ਇਹ ਘਟਨਾਵਾਂ ਘਟ ਰਹੀਆਂ ਸੀਗੀਆਂ। ਤਾਂ ਜਿਹੜਾ ਆਨੰਦਪੁਰ ਸਾਹਿਬ ਕੇਸ ਹੋਇਆ ਉਹਦੇ ਵਿੱਚ ਵੀ ਕੋਈ ਸਖਤ ਐਕਸ਼ਨ ਨਹੀਂ ਹੋਇਆ, ਕਿਉਂਕਿ ਸਰਕਾਰ ਨੂੰ ਚਾਹੀਦਾ ਸੀ ਜਦੋਂ ਉਹ ਆਏਗਾ ਬੇਅਦਬੀ ਕਰਨ ਵਾਲਾ ਮੌਕੇ ਤੇ ਫੜਿਆ ਗਿਆ ਤਾਂ ਸਰਕਾਰ ਨੇ ਸਖਤ ਕਿਉਂ ਨਹੀਂ ਕੀਤਾ ਉਹਦੇ ਤੇ। ਇਹ ਚਿੰਗਿਆੜੀ ਜਿਹੜੀ ਫੁੱਟੀ ਆ ਉੱਥੇ ਉਹ ਇੱਕ ਜਿਹੜਾ ਸਿੱਖ ਧਰਮ ਹੈ ਇਸ ਨੂੰ ਜੋ ਢਾਹ ਲੱਗੀ ਹੈ ਉਹਨਾਂ 'ਚ ਗੁੱਸਾ ਸੀ, ਉਹ ਚਿੰਗਿਆੜੀ ਸੀ। ਪਰ ਜਿਹੜਾ ਕਿਸਾਨ ਮੋਰਚਾ ਹੈ ਇਹ ਵੱਖ-ਵੱਖ ਧਰਮਾਂ ਦਾ ਇੱਕ ਸਮੂਹ ਹੈ। ਤੇ ਜੇ ਨਿਹੰਗ ਸਿੰਘਾਂ ਨੇ ਉਹ ਜੋ ਘਟਨਾ ਘਟਾਈ ਹੈ ਜੀ ਉਹਨੂੰ ਕਿਸ ਤਰ੍ਹਾਂ ਦੇਖਦੇ? ਜੇ ਇਹ ਚੰਗਿਆੜੀ ਵੀ ਸੀ ਤਾਂ ਮੌਕੇ ਉੱਤੇ ਜੋ ਇਹ ਚੰਗਿਆੜੀ ਫੁੱਟੀ ਹੈ ਠੀਕ ਹੈ ਜਾਂ? ਬਿਲਕੁਲ ਠੀਕ ਹੈ ਜੀ, ਜੇ ਆਪਾਂ ਸਿੱਖ ਧਰਮ ਦੇ ਹਿਸਾਬ ਨਾਲ ਦੇਖੀਏ ਤਾਂ ਬਹੁਤ ਸੌਦਾ ਲਾਇਆ ਠੀਕ ਹੈ। ਹਾਂ ਸੌਦਾ ਲਾਇਆ ਠੀਕ ਹੈ ਜੀ ਉਹ, ਕਿਉਂਕਿ ਜੇ ਇਹ ਠੀਕ ਹੋਇਆ ਹੈ ਇਹ ਕਿਉਂਕਿ ਪਤਾ ਇਹ ਗਾਹਾਂ ਜੋ ਆਦਮੀ ਕਰਨ ਦੀ ਕੋਸ਼ਿਸ਼ ਕਰੂਗਾ ਉਹੀ ਕਹਿ ਰਹੇ ਆ ਜੀ, ਫਿਰ ਉਹਨੂੰ ਪਤਾ ਲੱਗੂਗਾ। ਪ੍ਰੈਸ ਕਾਨਫਰੰਸ ਕਰਕੇ ਕਿ ਕਿਸਾਨ ਲੀਡਰ ਉੱਪਰੋਂ ਦੀ ਕਿਰਪਾਨਾਂ ਪਾ ਕੇ ਹੀ ਕਹਿ ਰਹੇ ਨੇ ਵੀ ਇਹ ਜੋ ਹੋਇਆ ਇਹ ਬਹੁਤ ਨਿੰਦਣਯੋਗ ਆ, ਨਹੀਂ ਹੋਣਾ ਚਾਹੀਦਾ ਸੀ। ਇਹ ਜੋ ਨਿਹੰਗ ਸਿੰਘ ਨੇ ਕੀਤਾ ਇਹ ਬਿਲਕੁਲ ਸਹੀ ਕਰਿਆ। ਅਸੀਂ ਆਮ ਲੋਕਾਂ ਨੂੰ ਵਿਚਰਦੇ ਹਾਂ, ਲੋਕਾਂ ਸੁਣਦੇ ਇਹ ਕਹਿੰਦੇ ਉਹ ਲੋਕ ਕਹਿ ਰਹੇ ਵੀ ਇਹ ਬਹੁਤ ਵਧੀਆ ਹੋਇਆ, ਇਹ ਠੀਕ ਕੀਤਾ ਉਹਨੇ, ਇਹ ਜੋ ਕੀਤਾ ਉਹਨੇ ਬਹੁਤ ਵਧੀਆ ਕਰਿਆ ਉਹਨੇ। ਕਿਉਂਕਿ ਗਾਹਾਂ ਜੋ ਕੋਸ਼ਿਸ਼ ਕਰਨ ਦੀ ਗਾਹਾਂ ਜੋ ਕੋਈ ਇਹੋ ਜਿਹੀ ਘਟਨਾ ਜੋ ਉੱਥੇ ਮਾਰੇ ਦੀ ਮਤਲਬ ਉਹਨੇ ਉਸ ਬੰਦੇ ਨੇ ਬੇਅਦਬੀ ਕਰੀ ਆ ਉੱਥੇ ਆ ਕੇ। ਅਸੀਂ ਵੀ ਮਤਲਬ ਪੇਪਰ 'ਚ ਪੜ੍ਹਿਆ ਹੈ ਉਹਦੇ ਵਿੱਚ ਉਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰੀ ਆ, ਇਹ ਬਿਲਕੁਲ ਸਹੀ ਕਰਿਆ ਨਿਹੰਗ ਸਿੰਘ ਨੇ। ਸੋ ਬਿਲਕੁਲ ਜੀ ਵੱਖੋ ਵੱਖਰੀਆਂ ਜਿਹੜੀਆਂ ਗੱਲਾਂ। ਹਾਂਜੀ ਇਹ ਜਿਹੜੀ ਘਟਨਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਸਰਕਾਰਾਂ ਦੀ ਨਾਕਾਮੀ ਹੈ, ਕਿਉਂਕਿ ਇਹ ਅਕਾਲ ਪੁਰਖ ਦੀ ਫੌਜ ਹੈ। ਕਲਗੀਧਰ ਪਾਤਸ਼ਾਹ ਨੇ ਇਹ ਨਹੀਂ ਆਖਿਆ ਕਿਸੇ ਦੇ ਅੱਗੇ ਭੀਖ ਮੰਗੋ, ਕੋਈ ਕਿਸੇ ਨੂੰ ਰਾਜ ਨਾ ਦੇ ਆ, ਜੋ ਲੈ ਹੈ ਤਾਂ ਨਿਜ ਬਲ ਸੇ ਲੈ ਹੈ। ਤੇ ਇਹ ਨਹੀਂ ਹੈਗਾ ਕਿ ਸਾਡੇ ਗੁਰੂ ਨੂੰ ਕੋਈ ਹੱਥ ਪਾਵੇ, ਸਾਡੇ ਗੁਰੂ ਦੀ ਬੇਅਦਬੀ ਕਰੇ, ਨਰਾਦਰੀ ਕਰੇ, ਅਸੀਂ ਭੀਖ ਮੰਗੇ ਸਾਨੂੰ ਇਨਸਾਫ ਦੇ ਦਿਓ, ਫਿਰ ਸਾਡਾ ਸ਼ਸਤਰ ਪਾ ਕਰਕੇ ਤੇ ਪਾਉਣ ਦਾ ਕੀ ਫਾਇਦਾ। ਤੇ ਮੈਂ ਇਹ ਵੀ ਬੇਨਤੀ ਕਰ ਰਿਹਾ ਇਸ ਆਪ ਹੀ ਦੇ ਚੈਨਲ ਦੇ ਥਰੂ ਕਿ ਹੁਣ ਸਿੱਖਿਆ ਲੈਣੀ ਚਾਹੀਦੀ ਹੈ ਜਿਹੜੇ
ਹਿੰਮਤ ਕਰਦੇ ਆ ਨਰਾਦਰ ਕਰਨ ਦਾ ਕਿ ਅਸੀਂ ਇਹਨਾਂ ਦੇ ਧਰਮ ਦੇ ਖਿਲਾਫ ਬੇਅਦਬੀ ਕਰਾਂਗੇ, ਨਰਾਦਰ ਕਰਾਂਗੇ, ਤੇ ਹੈ ਸਰਕਾਰਾਂ ਦੀ ਚਾਲ ਹੈ। ਇਹ ਮੋਦੀ ਦੇ ਉੱਤੇ ਸਾਨੂੰ ਇੰਨਾ ਸਮਝ ਲੈਣਾ ਚਾਹੀਦਾ ਕਿ ਜੇ ਅਸੀਂ ਸੋਚਿਆ ਨਾ ਕਿ ਇਹ ਸਾਨੂੰ ਇਹ ਕਾਨੂੰਨ ਰੱਦ ਕਰ ਦੇਗਾ ਤੇ ਜਾਂ ਉਹ ਕਰ ਦੇਗਾ, ਅਸੀਂ ਬੈਠੇ ਰਹੇ। ਕਿਉਂਕਿ ਉਹਨੇ 2000 ਦੇ 2 ਕਤਲੇਆਮ ਕੀਤਾ ਜਿਹਨੂੰ ਅਮਰੀਕਾ ਨੇ ਬੈਨ ਕੀਤਾ ਸੀ ਕਿ ਇਹਨੂੰ ਵੜਨ ਨਹੀਂ ਦੇਣਾ ਹੈ। ਉਹ ਇੱਕ ਇਦਾਂ ਦਾ ਨਾ ਉਹਦਾ ਖੁਦ ਦਾ ਪਰਿਵਾਰ ਹੈ ਤੇ ਨਾ ਜੋਗੀ ਦਾ, ਤੇ ਜਿੱਦਾਂ ਹੁਣ ਯੂਪੀ ਦੇ ਵਿੱਚ ਘਟਨਾ ਘਟੀ ਨਾ ਖੱਟੜ ਦਾ। ਤੇ ਜੇ ਇਹਨਾਂ ਦਾ ਪਰਿਵਾਰ ਨਹੀਂ ਹੈ, ਜੇ ਨੌਜਵਾਨ ਕਿਸਾਨ ਮਰ ਰਹੇ ਉਹਨਾਂ ਦੇ ਪ੍ਰਤੀ ਇਹਨਾਂ ਨੂੰ ਦਰਦ ਵੀ ਨਹੀਂ ਹੈ, ਤੇ ਜੇ ਇਹਨਾਂ ਨੂੰ ਦਰਦ ਹੁੰਦਾ ਘੱਟੋ ਘੱਟ ਇਹ ਤਾਂ ਕਹਿੰਦੇ ਵੀ ਜੇ ਗਲਤ ਹੋਇਆ ਇਹਨਾਂ 2 ਲਫ਼ਜ਼ ਬੋਲਦੇ ਆ ਤੇ ਇਸ ਦੇਸ਼ ਦਾ ਰਾਜਾ ਏ, ਤੇ ਜੇ ਉਹਨਾਂ ਰਾਜ ਕਰਨਾ ਸਿੱਖੇ ਮਹਾਰਾਜ ਰਣਜੀਤ ਦੇ ਕੋਲੋਂ ਹੰਕਾਰੀ ਹੈ ਉਹਦੇ ਕੋਲੋਂ 1% ਵੀ ਸਾਨੂੰ ਉਮੀਦ ਨਹੀਂ ਹੈ ਕਿ ਉਹ ਉਹਦੇ ਅੰਦਰ ਕਿ ਦਰਦ ਏ। ਉਹ ਇੱਕ ਕਤਲੇਆਮ ਹੈ, ਉਹ ਇੱਕ ਕਤਲ ਕਰਨ ਵਾਲਾ ਉਹਦੇ ਸੁਭਾਅ ਬਣ ਚੁੱਕਾ ਹੈ, ਅਤਿਆਚਾਰਨ ਕਰਨ ਵਾਲਾ, ਹੰਕਾਰੀ ਕਰਨ ਵਾਲਾ। ਗੁਰਬਾਣੀ ਦਾ ਫਰਮਾਨ ਹੈ ਹਰ ਜੀਉ ਹੰਕਾਰ ਨਾ ਭਾਵੀ। ਉਹਦੇ ਹੁਣ ਜਦੋਂ ਗੁਰੂ ਕਿਸੇ ਦੇ ਲੱਤ ਨਹੀਂ ਮਾਰਦਾ, ਕੋਈ ਨਹੀਂ ਮਾਰਦਾ, ਜਦੋਂ ਮਾਰਦਾ ਤੇ ਮੱਤ ਮਾਰਦਾ। ਹੁਣ ਉਹਦੀ ਮੱਤ ਮਾਰੀ ਗਈ, ਉਹਨੂੰ ਇਹ ਨਹੀਂ ਪਤਾ ਚੰਗਾ ਕਿਹੜਾ ਤੇ ਮੰਦਾ ਕਿਹੜਾ। ਜੋ ਉਹ ਕਰ ਰਿਹਾ ਉਹ ਕਹਿੰਦਾ ਮੈਂ ਜੋ ਕਰ ਰਿਹਾ ਠੀਕ ਕਰ ਰਿਹਾ, ਲੇਕਿਨ ਦੂਜੇ ਦੇ ਪੁੱਤ ਮਾਰ ਰਹੇ, ਦੂਜੇ ਦੇ ਕਿਸੇ ਦਾ ਪਿਤਾ ਕਿਸੇ ਦਾ ਭਰਾ, ਦੇਖੋ ਉਹਨੂੰ ਦਰਦ ਨਹੀਂ ਹੈ ਤੇ ਉਹ ਖੁਸ਼ ਹੋ ਰਿਹਾ। ਤੇ ਉਹਦੇ ਦਰਦ ਨਹੀਂ ਹੈ ਕਿ ਇਹਦਾ ਕਿਸੇ ਦਾ ਬੰਦਾ ਇਹਨਾਂ ਨੇ ਵੱਢ ਦਿੱਤਾ, ਟੁੱਕ ਦਿੱਤਾ, ਉਹਨੂੰ ਖੁਸ਼ ਨਹੀਂ ਹੈ। ਉਹਨੂੰ ਖੁਸ਼ੀ ਹੈ ਹੁਣ ਇਹ ਆਪਸ ਵਿੱਚ ਫਾੜ ਜਾਣ। ਲੇਕਿਨ ਬਹੁਤ ਸੂਝਵਾਨ ਨੇ, ਜਥੇਬੰਦੀਆਂ ਵੀ ਸੂਝਵਾਨ ਨੇ, ਉਹ ਇਹਨੂੰ ਅੰਜਾਮ ਤੱਕ ਜਿਹੜਾ ਅਸਲੀਅਤ ਹੈ ਸੱਚ ਸਾਹਮਣੇ ਲਿਆ ਕੇ ਛੱਡਣਗੀਆਂ ਤੇ ਸਾਹਮਣੇ ਆਵੇਗਾ ਵੀ। ਤੇ ਲੇਕਿਨ ਇਹਦਾ ਅਸੀਂ ਇੱਕ ਗੁਰੂ ਦਾ ਸਿੱਖ ਹੋਣ ਦੇ ਨਾਤੇ ਅਸੀਂ ਇਹਦਾ ਇਹ ਨਹੀਂ ਪੱਲਾ ਨਹੀਂ ਝਾੜ ਸਕਦੇ। ਸਾਡੇ ਗੁਰੂ ਦੀ ਬੇਅਦਬੀ ਕੀਤੀ ਹੈ ਤੇ ਸਾਨੂੰ ਕੋਈ ਪਰਵਾਹ ਨਹੀਂ। ਇਹ ਅਸੀਂ ਨਹੀਂ ਕਹਿ ਕੇ ਪੱਲਾ ਨਹੀਂ ਝਾੜ ਸਕਦੇ। ਅਸੀਂ ਉਹਨਾਂ ਜਥੇਬੰਦੀ, ਕਿਉਂਕਿ ਅਕਾਲ ਦੀ ਫੌਜ ਹੈ, ਉਹ ਸਾਡੇ ਸਾਹਮਣੇ ਕੋਈ ਸਾਡਾ ਵੀ ਖੂਨ ਖੋਲਦਾ, ਸਾਡੇ ਸਾਹਮਣੇ ਆ ਕੇ ਸਾਡੇ ਗੁਰੂ ਨੂੰ ਕੋਈ ਬੇਅਦਬੀ ਕਰੇ, ਨਰਾਦਰ ਕਰੇ, ਤੇ ਅਸੀਂ ਸਰਕਾਰ ਕੋਲ ਜਾਵਾਂਗੇ। ਸਾਡੇ ਘਰ ਆ ਜਿਵੇਂ ਪਿਤਾ ਨੂੰ ਕੋਈ ਹੱਥ ਪਾਵੇਗਾ, ਅਸੀਂ ਕਿ ਇਹਨੂੰ ਕਹਾਂਗੇ ਸਾਡੇ ਘਰ ਆ ਚੁੱਕਾ, ਸਾਨੂੰ ਸ਼ਸਤਰ ਬਸਤਰ ਗੁਰੂ ਨੇ ਇਸੇ ਵਾਸਤੇ ਦਿੱਤੇ ਆ। ਜੇ ਕੋਈ ਅਨਿਆਏ ਨਹੀਂ ਦਿੰਦਾ ਤੇ ਅਨਿਆਏ ਕਿੱਦਾਂ ਲੈਣਾ, ਆਪਣੇ ਬਲ ਦੇ ਨਾਲ ਕਿੱਦਾਂ ਲੈਣਾ। ਇਹਨੂੰ ਬਸ ਬਾਕੀਆਂ ਨੂੰ ਮੈਂ ਆਪਣੀ ਚੈਨਲ ਥਰੂ ਬੇਨਤੀ ਕਰਨਾ ਚਾਹੁੰਦਾ ਕਿ ਕੋਈ ਸੋਚੇ ਵੀ ਨਾ ਕਿ ਮੈਂ ਉਹਨਾਂ ਦੇ ਗੁਰੂ ਦੀ ਨਰਾਦਰ ਕਰਕੇ ਤੇ ਮੈਂ ਬਚ ਜਾਵਾਂਗਾ, ਮੈਂ ਛੁਪ ਜਾਵਾਂਗਾ, ਮੈਂ ਭੱਜ ਜਾਵਾਂ, ਮੈਂ ਦੇਸ਼ ਛੱਡ ਜਾਵਾਂਗਾ। ਤੇ ਲੇਕਿਨ ਇੱਕ ਦਿਨ ਉਹਦੇ ਦਾ ਇਹੀ ਅਸਰ ਹੋਵੇਗਾ ਜਿਹੜਾ ਹੁਣ ਹੋ ਰਿਹਾ। ਸਰਕਾਰਾਂ ਨੂੰ ਵੀ ਇਹ ਸੇਧ ਲੈਣੀ ਚਾਹੀਦੀ ਹੈ ਜੀ। ਤੇ ਆਪ ਦੇ ਥਰੂ ਇਹੀ ਬੇਨਤੀ ਹੈ ਮੇਰੀ, ਕੋਈ ਨਰਾਦਰ ਕਰਨ ਦੀ ਸੋਚੇ ਵੀ ਨਾ। ਬਿਲਕੁਲ ਜੀ। ਸੋ ਜਿਹੜੇ ਪੰਥਕ ਲੋਕ ਨੇ, ਜਿਹੜੇ ਸਿੱਖੀ ਲਈ ਕੁਝ ਮਨ ਦੇ ਵਿੱਚ ਪਿਆਰ ਰੱਖ ਰਹੇ ਨੇ, ਉਹ ਇਹੀ ਕਹਿ ਰਹੇ ਨੇ ਵੀ ਜਿਹੜੇ ਮਤਲਬ ਕਿ ਇਸ ਨੂੰ ਧਰਮ ਦੇ ਤੌਰ ਤੇ ਦੇਖ ਰਹੇ ਨੇ ਘਟਨਾ ਨੂੰ, ਤਾਂ ਉਹਨਾਂ ਦਾ ਇਹੀ ਕਹਿਣਾ ਹੈ ਭਾਵਨਾਤਮਕ ਤੌਰ ਤੇ ਵੀ ਜੋ ਹੋਇਆ ਉਹ ਸਹੀ ਹੋਇਆ। ਨਿਹੰਗ ਸਿੰਘਾਂ ਨੇ ਜੋ ਕੀਤਾ ਉਹ ਸਹੀ ਕੀਤਾ, ਮੌਕੇ ਦੇ ਉੱਤੇ ਜੋ ਕੀਤਾ। ਪਰ ਜਿਹੜੇ ਲੋਕ ਇਹਨੂੰ ਵੇਖ ਰਹੇ ਨੇ ਵੀ ਮੋਰਚੇ ਦੇ ਸੰਬੰਧ ਦੇ ਨਾਲ ਜਾਂ ਪੰਜਾਬ ਦੇ ਹਾਲਾਤਾਂ ਦੇ ਸੰਬੰਧ ਦੇ ਨਾਲ, ਉਹ ਕਹਿੰਦੇ ਨੇ ਵੀ ਇਹਦੇ ਨਾਲ ਕਿਤੇ ਨਾ ਕਿਤੇ ਮੋਰਚੇ ਨੂੰ ਢਾਹ ਲੱਗੀ ਹੈ, ਕਿਸਾਨੀ ਅੰਦੋਲਨ ਨੂੰ ਢਾਹ ਲੱਗੀ ਹੈ। ਇਹ ਉੱਥੇ ਘਟਨਾ ਨਹੀਂ ਹੋਣੀ ਚਾਹੀਦੀ ਸੀ। ਜੇ ਦੂਰ ਹੋ ਜਾਂਦੀ, ਕਿਸਾਨ ਜਿਹੜੇ ਹੈਗੇ ਨੇ ਨਿਹੰਗ ਸਿੰਘ ਉਸ ਬੰਦੇ ਨੂੰ ਦੂਰ ਲਿਜਾ ਕੇ ਇਹ ਕੰਮ ਕਰ ਦਿੰਦੇ, ਤਾਂ ਇਹਦੇ ਨਾਲ ਮੋਰਚੇ ਨੂੰ ਜਿਹੜੀ ਢਾਹ ਨਹੀਂ ਲੱਗਣੀ ਸੀ। ਵੱਖੋ ਵੱਖਰੀਆਂ ਜਿਹੜੀਆਂ ਇਹਦੇ ਉੱਤੇ ਦਲੀਲਾਂ ਜਾਂ ਫਿਰ ਵੱਖੋ ਵੱਖਰੀ ਰਾਏ ਜਿਹੜੀ ਆ ਰਹੀ ਹੈ। ਪਰ ਤੁਹਾਡਾ ਇਸ ਦੇ ਸੰਬੰਧ ਵਿੱਚ ਕੀ ਵਿਚਾਰ ਹੈ ਉਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਰੂਪਨਗਰ।